सो ग्राउंड पंजाब टीवी नाल जुड़ चुके हो तुसीं। मेरा नाम है गुरिंदर सिंह बाड़। दोस्तों अज फिर विचार चर्चा करने लई असीं भाई जोरावर सिंह अजनाला नाल संपर्क किया और तुहाडे रूबरू ने नगर पंचायत अजनाला के समुचे प्रबंध बारे अज फिर कुछ गल्लां तुहाडे नाल साझीआं करांगे। प्रधान जी स्वागत है साडे नाल जुड़न। वाहिगुरू जी का खालसा वाहिगुरू जी की फतेह। सो अज लगभग 21 दिन के करीब हो ही चलिया समा कि पिछले प्रधान नूं जिहड़ा बरखास्त किया सी मता पा के नवीं हलचल कोई नज़र नहीं आ रही कि नवा प्रधान किहनूं बनाया जाएगा। असल च तुसीं भी रहे हो नगर पंचायत अजनाला दे प्रधान, विस्तार च दस्सिओ कि की कार्रवाई आने वाले समय अमल च लिआंदी जाएगी नवा प्रधान बनाउण वास्ते। देखो व्हाट्सअप ਜਿਹੜੀ ਗੱਲ ਹੈ ਨਾ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੋਈ ਹਲਚਲ ਨਜ਼ਰ ਨਹੀਂ ਆ ਰਹੀ, ਹਲਚਲ ਹੋ ਰਹੀ ਆ ਪਰ ਅੰਦਰ ਖਾਤੇ ਹੋ ਰਹੀ। ਜਿਹੜਾ ਪ੍ਰਧਾਨ ਨੂੰ ਲਾਇਆ ਗਿਆ ਵਾ, ਪ੍ਰਧਾਨ ਨੂੰ ਕੋਈ ਵਿਰੋਧੀ ਧਿਰ ਨੇ ਲਾਉਣ ਵਿੱਚ ਉਹਨਾਂ ਵੱਡਾ ਯੋਗਦਾਨ ਨਹੀਂ ਪਾਇਆ ਜਿੰਨਾ ਵੱਡਾ ਯੋਗਦਾਨ ਪ੍ਰਧਾਨ ਦੀ ਆਪਣੀ ਧਿਰ ਨੇ ਪਾਇਆ। ਮਤਲਬ ਕਾਂਗਰਸ ਦਾ ਪ੍ਰਧਾਨ ਸੀ ਤੇ ਉਹਨੂੰ ਲਾਉਣ ਵਾਸਤੇ ਵੀ ਸਭ ਤੋਂ ਜ਼ਿਆਦਾ ਐਫਰਟ ਕਾਂਗਰਸੀ ਕਾਉਂਸਲਰਸ ਨਹੀਂ ਕੀਤੀ। ਨਾ ਤਾਂ ਉਹਦੇ ਵਿੱਚ ਮੌਜੂਦਾ ਸਰਕਾਰ ਦੇ ਵਿਧਾਇਕ ਵੱਲੋਂ ਜਿਹੜੇ ਕਿ ਹੁਣ ਕੈਬਨਿਟ ਮੰਤਰੀ ਵੀ ਨੇ, ਕੋਈ ਉਹਨਾਂ ਵੱਲੋਂ ਐਫਰਟ ਕੀਤੀ ਗਈ ਹੈ, ਨਾ ਕਿਸੇ ਨੂੰ ਕੋਈ ਕਮਿਟਮੈਂਟ ਕੀਤੀ ਗਈ ਹੈ, ਨਾ ਕੋਈ ਲਾਲਚ ਦਿੱਤਾ ਗਿਆ। ਇਹ ਇਹਨਾਂ ਦੇ ਆਪਣੇ ਮਤਭੇਦ ਸਨ ਜਿਨ੍ਹਾਂ ਦੇ ਕਰਕੇ ਇਹਨਾਂ ਨੇ ਆਪਣਾ ਪ੍ਰਧਾਨ ਬਦਲਿਆ। ਔਰ ਅੰਦਰ ਖਾਤੇ ਜਿਹੜੀਆਂ ਕੋਸ਼ਿਸ਼ਾਂ ਨੇ ਹੁਣ ਇਹ ਚੱਲ ਰਹੀਆਂ। ਵੇਖੋ ਪ੍ਰਧਾਨ ਤਾਂ ਜਾਂ ਤਾਂ ਕਾਂਗਰਸ ਦਾ ਬਣੂਗਾ ਜਾਂ ਅਕਾਲੀ ਦਲ ਦਾ ਬਣੂਗਾ, ਕਿਉਂਕਿ ਜਿੰਨੇ ਕਾਉਂਸਲਰ ਨੇ ਸਾਰੇ ਕੁਛ 7 ਕਾਉਂਸਲਰ ਜਿਹੜੇ ਆ ਉਹ ਕਾਂਗਰਸ ਦੀ ਟਿਕਟ 'ਤੇ ਜਿੱਤੇ ਆ, 8 ਕਾਉਂਸਲਰ ਅਕਾਲੀ ਦਲ ਦੀ ਟਿਕਟ 'ਤੇ ਜਿੱਤੇ ਆ। ਬੇਸ਼ੱਕ ਉਹਨਾਂ 'ਚੋਂ ਇੱਕ ਕਾਉਂਸਲਰ ਉਸ ਵੇਲੇ ਜਦੋਂ ਪ੍ਰਧਾਨਗੀ ਦੀ ਚੋਣ ਹੋਈ ਆ 2021 ਦੇ ਵਿੱਚ, ਅਤੇ ਉਦੋਂ ਉਹਨਾਂ ਨੇ ਕਾਂਗਰਸ ਦਾ ਸਮਰਥਨ ਕਰਕੇ ਅਤੇ ਕਾਂਗਰਸ ਦਾ ਪ੍ਰਧਾਨ ਬਣਨ ਦੇ ਵਿੱਚ ਆਪਣਾ ਜਿਹੜਾ ਵਾ ਉਹ ਹਿੱਸਾ ਪਾਇਆ। ਪਰ ਅਲਟੀਮੇਟਲੀ ਜੇ ਪਾਰਟੀ ਵਾਈਜ਼ ਵੇਖਿਆ ਜਾਵੇ ਤੇ ਕਾਂਗਰਸ ਅਤੇ ਅਕਾਲੀ ਦਲ ਦੀ ਅਤੇ ਪ੍ਰਧਾਨ ਜਿਹੜਾ ਵੀ ਬਣੇਗਾ ਇਹ ਤਾਂ ਅੰਡਰਸਟੂਡ ਹੈ ਕਿ ਇਹਨਾਂ ਦੋਨਾਂ 'ਚ ਹੀ ਬਣੇਗਾ। ਹੁਣ ਇਹਦੇ 'ਚੋਂ ਕੌਣ ਕਿਹਦੇ ਕਿੰਨੇ ਤੋੜਦਾ, ਇਹਦੇ ਵਾਸਤੇ ਅੰਦਰ ਖਾਤੇ ਤਾਂ ਡਿਨਰ ਡਿਪਲੋਮੇਸੀ ਜਿਹੜੀ ਆ ਉਹ ਚੱਲ ਰਹੀ नहीं सो जे कांग्रेस का ही प्रधान बनाना दोबारा ਜਾਂ ਅਕਾਲੀ ਦਲ ਦਾ ਹੀ ਬਣਾਉਣਾ, ਫਿਰ ਪਹਿਲੇ ਨੂੰ ਲਾਉਣ ਦਾ ਕੀ ਕਾਰਨ ਸੀ? ਦੇਖੋ ਪਹਿਲੇ ਨੂੰ ਲਾਉਣ ਦਾ ਕਾਰਨ ਤੇ ਆ ਵੀ ਉਹਨੂੰ ਤੇ ਕਿਸੇ ਨੇ ਲਾਇਆ ਨਹੀਂ ਉਹੀ ਆਪਣਿਆਂ ਦੀ ਕੀ ਸਾਥੀਆਂ ਨੇ ਲਾਇਆ। ਹੋ ਸਕਦਾ ਉਹਦੇ ਨਾਲ ਉਹਨਾਂ ਦੀ ਨਾਂ ਰਸ ਰਸਾਈ ਬਹਿੰਦੀ ਹੋਵੇ, ਕਿਉਂਕਿ ਇੱਥੇ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਇੱਕ ਅਨਾਰ ਤੇ 100 ਬਿਮਾਰ। ਇੱਥੇ ਜਿੰਨੇ ਕਾਉਂਸਲਰ ਜਿੱਤ ਕੇ ਆਏ ਸਾਰੇ ਹੀ ਪ੍ਰਧਾਨਗੀ ਦੇ ਦਾਅਵੇਦਾਰ ਸਨ, ਬਲਕਿ ਜਿੱਤਣ ਤੋਂ ਪਹਿਲਾਂ ਹੀ ਦਾਅਵੇਦਾਰ ਸਨ। ਕਈ ਉਹਨਾਂ ਦੇ ਵਿੱਚੋਂ ਜਿਹੜੇ ਉਹ ਜਿੱਤ ਨਹੀਂ ਸਕੇ। ਜਿਹੜੇ ਜਿੱਤ ਗਏ ਉਹਨਾਂ ਦੇ ਵਿੱਚ ਵੀ ਹੁਣ ਅਕਸਰ ਤਾਂ ਪ੍ਰਧਾਨ ਕਿਸੇ ਇੱਕ ਨਹੀਂ ਬਣਦਾ, ਸਾਰੇ ਤੇ ਪ੍ਰਧਾਨ ਬਣਨੋਂ ਰਹੇ। ਨਹੀਂ ਇਹ ਜੇ ਧਾਲੀਵਾਲ ਸਾਹਿਬ ਦੀ ਗੱਲ ਲਈਏ ਜਿਹੜੇ ਇਸ ਵੇਲੇ ਮਿਨਿਸਟਰ ਨੇ ਅਜਨਾਲਾ ਹਲਕੇ ਦੇ MLA ਆ, ਉਹਨਾਂ ਦੀ ਥਿਊਰੀ ਕਿ ਉਹਨਾਂ ਦੀ ਪਾਰਟੀ ਦੀ ਥਿਊਰੀ ਹੈ ਕਿ ਵਿਕਾਸ ਕਰਨਾ, ਵਿਕਾਸ ਨੂੰ ਪਹਿਲ ਦੇ ਆਧਾਰ 'ਤੇ ਅਪਣਾਉਣਾ। ਸਗੋਂ ਮੇਰੇ ਖਿਆਲ ਨਾਲ ਉਹਨਾਂ ਦੇ ਪਿੱਛੇ ਜੇ ਕੋਈ ਫੈਸਲਾ ਵੀ ਲਿਆ ਸੀ ਕਿ ਨਾ ਕਿਸੇ ਦੇ ਭੋਗ ਸਮਾਗਮ ਦੇ ਅਤੇ ਨਾ ਕਿਸੇ ਦੇ ਵਿਆਹ ਸਮਾਗਮ 'ਤੇ ਜਾਣਗੇ, ਉਹ ਪਿੰਡਾਂ ਦੇ ਵਿਕਾਸ ਲਈ ਸ਼ਹਿਰਾਂ ਦੇ ਵਿਕਾਸ ਲਈ ਕੰਮ ਕਰਨਗੇ। ਜੇ ਉਹਨਾਂ ਨੇ ਵਿਕਾਸ ਕਰਵਾਉਣਾ ਉਹਨਾਂ ਦੀ ਕੋਈ ਭੂਮਿਕਾ ਬਹੁਤੀ ਨਜ਼ਰ ਨਹੀਂ ਆਉਣ ਦੀ। ਅਤੇ ਜਿਹੜੀ ਤੁਸੀਂ ਡਿਨਰ ਡਿਪਲੋਮੈਸੀ ਕਿਹਾ ਚੱਲਦੀ ਪਈ ਆ ਇੱਕ ਦੂਜੇ ਨੂੰ ਖਰੀਦੋ ਫਰੋਖਤ ਕਰਨ ਦੀ, ਕੌਂਸਲਰਾਂ ਦੀ ਆਪਣੇ ਪੱਧਰ 'ਤੇ ਚੱਲਦੀ ਪਈ ਆ, ਉਹਨੂੰ ਵਿਕਾਸ ਦਾ ਚਿਹਰਾ ਮੰਨ ਲਈਏ? ਨਹੀਂ ਵੇਖੋ ਵਿਕਾਸ ਦਾ ਚਿਹਰਾ ਤਾਂ ਉਹ ਤਾਂ ਮੰਨ ਲਈਏ ਕਿ ਜੇ ਇਸ ਸਾਰੀ ਐਕਸਰਸਾਈਜ਼ ਦੇ ਪਿੱਛੇ ਕੁਲਦੀਪ ਸਿੰਘ ਧਾਲੀਵਾਲ ਦਾ ਕੋਈ ਰੋਲ ਹੋਵੇ। ਉਹਦਾ ਤਾਂ ਉਹਨੂੰ ਕੋਈ ਨਹੀਂ, ਨਾ ਹੀ ਉਹਨੂੰ ਕਿਸੇ ਨੂੰ ਕਿਹਾ, ਨਾ ਉਹ ਕਿਸੇ ਧੜੇ ਦੇ ਨਾਲ ਖੜੇ। ਇਹਨਾਂ ਨੇ ਆਪ ਇਹ ਸਾਰਾ ਕੁਝ ਕਰਕੇ ਅਤੇ ਆਪਣਾ ਪ੍ਰਧਾਨ ਆਪ ਬਦਲਿਆ। ਧਾਲੀਵਾਲ ਸਾਹਿਬ ਨੇ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਗਾ ਕਿ ਮੈਂ ਤੈਨੂੰ ਪ੍ਰਧਾਨ ਬਣਾਉਣਾ ਅਤੇ ਜਾਂ ਤੂੰ ਕੋਈ ਮੇਰੇ ਨਾਲ ਆ ਅਤੇ ਤਾਂ ਗੱਲ ਆ, ਕਿਉਂਕਿ ਉਹ ਤਾਂ ਇਸ ਸਾਰੀ ਕਿਸੇ ਵੀ ਐਕਸਰਸਾਈਜ਼ ਦੇ ਵਿੱਚ ਸ਼ਾਮਲ ਨਹੀਂ। ਜਿੱਥੋਂ ਤੱਕ ਵਿਕਾਸ ਦੀ ਗੱਲ ਹੈ, ਜੇ ਇਹ ਆਪਸੀ ਖਿੱਚੋਤਾਣ 'ਚੋਂ ਨਹੀਂ ਬਾਹਰ ਨਿਕਲਦੇ ਅਤੇ ਫਿਰ ਜਿਹੜਾ ਵਿਕਾਸ ਆ ਅਤੇ ਉਹਨਾਂ ਦੀ ਡਿਊਟੀ ਬਣ ਜਾਂਦੀ ਆ। ਫਿਰ ਉਹ ਆਪਣੇ ਲੈਵਲ 'ਤੇ ਕਰਾ ਲੈਣਗੇ, ਸਰਕਾਰ ਨੂੰ ਡਿਵੈਲਪਮੈਂਟ ਕਰਾਉਣ 'ਚ ਕੋਈ ਮੁਸ਼ਕਿਲ ਨਹੀਂ ਹੁੰਦੀ। ਪਰ ਗੱਲ ਸਿਰਫ ਇਹ ਹੈ ਕਿ ਜਿਹੜੇ ਲੋਕਾਂ ਨੇ ਨੁਮਾਇੰਦੇ ਆਪਣੇ ਚੁਣ ਕੇ ਭੇਜੇ ਸਨ, ਇਹਨਾਂ ਦਾ ਸਭ ਤੋਂ ਪਹਿਲਾਂ ਟੌਪ ਪ੍ਰਾਇਓਰਟੀ ਬਣਦੀ ਸੀ ਆਪਣੇ ਸ਼ਹਿਰ ਦੇ ਵਿਕਾਸ ਨੂੰ। ਸ਼ਹਿਰ ਦਾ ਵਿਕਾਸ ਤਾਂ ਹੁੰਦਾ ਜੇ ਆਪਣੀ ਵਾਰਡ ਤੋਂ ਹੀ ਸ਼ੁਰੂਆਤ ਕਰਦੇ, ਪਰ ਵਾਰਡ ਦੀ ਛੱਡ ਕੇ ਨਾ ਆਪਣੇ ਆਪ ਤੋਂ ਨਿੱਜੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਨਿੱਜੀ ਮਫਾਦਾਂ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਔਰ ਇਸ ਵੇਲੇ ਸ਼ਹਿਰ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਜਿੱਦਾਂ ਦੁਬਾਰਸ ਹਾਲਤ ਹੋ ਗਈ ਹੁੰਦੀ ਹੈ ਨਾ, ਇਹ ਆ ਕੋਈ ਵੀ ਕਿਸੇ ਸਿਸਟਮ ਦੇ ਵੱਲ ਜਿਹੜਾ ਕਮੇਟੀ ਦੀ ਡਿਊਟੀ ਬਣਦੀ ਹੈ ਬਿਲਕੁਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੁਲਾਜ਼ਮ ਆਪਣੀ ਮਰਜ਼ੀ ਦੇ ਮਾਲਕ ਹੋ ਗਏ। ਜਦੋਂ ਘਰ ਦੇ ਵਿੱਚ ਪਾਟੋ ਧੜ ਹੋਵੇ ਅਤੇ ਫਿਰ ਉਹਦਾ ਫਾਇਦਾ ਹਮੇਸ਼ਾ ਹੀ ਗਲਤ ਅਨਸਰ ਜਿਹੜਾ ਉਹ ਲੈ ਜਾਂਦਾ।
ਇਸੇ ਤਰ੍ਹਾਂ ਦੀ ਇੱਥੇ ਜਿਹੜੀ ਆ ਇਹ ਸਾਰੀ ਕੁਐਦ ਚੱਲ ਰਹੀ ਆ। ਔਰ ਜਿੰਨਾ ਕੁ ਮੈਨੂੰ ਪਤਾ ਵਾ ਕਿ ਧਾਰੀਵਾਲ ਸਾਹਿਬ ਨੂੰ ਪ੍ਰਧਾਨ ਕੋਈ ਬਣ ਜਾਏ, ਉਹਦਾ ਕੋਈ ਧਾਰੀਵਾਲ ਸਾਹਿਬ ਨੂੰ ਨਿੱਜੀ ਰੂਪ ਦੇ ਵਿੱਚ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਕਿਉਂ ਨਹੀਂ ਹੋਣਾ? ਕਾਰਨ ਕਿਉਂ ਨਹੀਂ ਹੋਣਾ? ਕਿਉਂਕਿ ਉਹਨਾਂ ਦੇ ਨਾਲ ਕੋਈ ਹੈ ਨਹੀਂ। ਇਹ ਜਿਹੜੇ ਕਾਉਂਸਲਰ ਜਿੱਤੇ ਨੇ ਸਾਰੇ ਦੂਸਰੀਆਂ ਪਾਰਟੀਆਂ ਦੇ ਜਿੱਤੇ ਨੇ, ਤੇ ਨੈਚੁਰਲੀ ਬੰਦਾ ਜਿੱਥੇ ਜੁੜਿਆ ਹੁੰਦਾ ਉਹ ਉਹਦਾ ਹੀ ਇੱਕ ਸੋਚਦਾ, ਕਿਉਂਕਿ ਅਜੇ ਤੱਕ ਇਹਨਾਂ 'ਚੋਂ ਪਾਰਟੀ 'ਚ ਤਾਂ ਸ਼ਾਮਲ ਹੋਇਆ ਕੋਈ ਨਹੀਂ। ਮੈਨੂੰ ਨਾ ਤੁਹਾਡੀ ਮੈਂ ਗੱਲ 'ਚ ਵਾਅਦਾ ਕਰਦਾ, ਮੈਨੂੰ ਤਾਂ ਇਹ ਪਤਾ ਲੱਗਾ ਕਿ ਇੱਕ ਕਾਉਂਸਲਰ ਦਾ ਜ਼ੋਰ ਲੱਗਾ ਹੋਇਆ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਵਾਲੇ ਨੂੰ ਭਰੋਸੇ 'ਚ ਉਹਨਾਂ ਲਿਆ ਕਿ ਹਰ ਹਾਲਤ ਜੇ ਆਪਾਂ ਆਪਣੀ ਕਾਂਗਰਸ ਦਾ ਪ੍ਰਧਾਨ ਲੱਥਾ ਆ ਤੇ ਜੇ ਨਵਾਂ ਪ੍ਰਧਾਨ ਬਣਾਵਾਂਗੇ ਤਾਂ ਆਪਾਂ ਕਾਂਗਰਸ ਦਾ ਹੀ ਬਣਾਵਾਂਗੇ। ਜੇ ਉਹਨਾਂ ਨੂੰ ਭਰੋਸੇ 'ਚ ਲੈਣਾ, ਫਿਰ ਜਿਹੜੇ ਮੌਜੂਦਾ MLA ਉਹਨਾਂ ਦਾ ਕੀ ਰੋਲ ਰਹਿ ਗਿਆ? ਵੇਖੋ, ਸੁਣਨ 'ਚ ਤਾਂ ਮੇਰੇ ਵੀ ਉਹੀ ਗੱਲ ਆਈ ਆ ਕਿ ਕਾਂਗਰਸ ਦਾ ਪ੍ਰਧਾਨ ਲੱਥਾ ਤੇ ਕਾਂਗਰਸ ਦਾ ਹੀ ਬਣਾਉਣਾ, ਤੇ ਅਸੀਂ ਆਪਣੇ ਸਾਬਕਾ ਵਿਧਾਇਕ ਦੀ ਜਿਹੜੀ ਆ ਉਹ ਝੰਡੀ ਕਰਾ ਕੇ ਰੱਖਣੀ ਆ, ਸ਼ਾਖ ਬਹਾਲ ਰੱਖਣੀ। ਇਹ ਕਾਹਦੀ ਟੌਰ ਆ? ਪਹਿਲਾਂ ਅਗਲੇ ਦੀ ਬਣੀ ਕੀਤੀ ਹੋਈ ਚੋਣ ਨੂੰ ਤੁਸੀਂ ਇੱਕ ਤਰ੍ਹਾਂ ਦੇ ਨਾਲ ਚਰਾਏ ਦੇ ਵਿੱਚ ਭੰਡ ਦਿਓ। ਲਾਉਣ ਦਾ ਮਤਲਬ ਤੇ ਇਹ ਸੀ ਨਾ ਵੀ ਵਿਧਾਇਕ ਨੇ ਚੋਣ ਗਲਤ ਕੀਤੀ। ਜਦੋਂ ਤੁਸੀਂ ਜਿਹਨੂੰ ਆਪਣਾ ਬੌਸ ਮੰਨਦੇ ਹੋ, ਜੇ ਤੁਸੀਂ ਉਹਦੀ ਪਰੇ ਦੇ ਵਿੱਚ ਬਹਾ ਕੇ ਇੱਕ ਤਰ੍ਹਾਂ ਦੇ ਨਾਲ ਲਾ ਦਿੱਤੀ ਆ ਵੀ ਤੇਰਾ ਬਣਾਇਆ ਪ੍ਰਧਾਨ ਸਾਨੂੰ ਮਨਜ਼ੂਰ ਨਹੀਂ, ਤੇ ਇਹ ਤਾਂ ਐਵੇਂ ਬਚਕਨੀਆਂ ਗੱਲਾਂ ਨੇ ਵੀ ਅਸੀਂ ਜੀ ਆਪਣੇ ਇੰਚਾਰਜ ਦਾ ਜਿਹੜਾ ਵਾ ਜਾਂ ਹਲਕਾ ਸਾਬਕਾ ਵਿਧਾਇਕ ਦਾ ਜਿਹੜਾ ਟੌਰ ਬਣਾਉਣ ਦੇ ਟੌਰ ਕਾਹਦਾ, ਜਦੋਂ ਉਹਦੀ ਬਣੀ ਜਿਹੜੀ ਚੋਣ ਆ ਉਹ ਤੁਹਾਂ ਮਨਜ਼ੂਰ ਹੀ ਨਹੀਂ ਕੀਤੀ। ਵਾਧੇ ਘਾਟੇ ਤੇ ਦੁਨੀਆ 'ਚ ਚੱਲਦੇ ਆਏ ਨੇ, ਹੁਣ ਵੀ ਸਾਰੇ ਦਿਨ ਹੀ ਪ੍ਰਧਾਨ ਬਣ ਜਾਣੇ, ਕਿਸੇ ਇੱਕ ਨਹੀਂ ਪ੍ਰਧਾਨ ਬਣਨਾ। ਇਹਦਾ ਮਤਲਬ ਇਹ ਹੈ ਕਿ ਜੇ ਪ੍ਰਧਾਨਗੀ ਨਹੀਂ ਮਿਲੀ ਤੇ ਪਾਰਟੀ ਨਾਲ ਤੁਰਿਆ ਸਭ ਕੁਝ ਜੋ ਕੁਝ ਹੈਗਾ ਸਭ ਕੁਝ ਪਾ ਦਿਓ। ਨਹੀਂ, ਹੁਣ ਦੂਜੇ ਪਾਸੇ ਇਹ ਤਾਂ ਕਾਂਗਰਸ ਦੀ ਗੱਲ ਹੈ ਤੇ ਆਪਾਂ ਹੋਰ ਕਰਨੀ ਹੈ ਜੇ ਗੱਲ ਅੱਗੇ। ਜੇ ਅਕਾਲੀ ਦਲ ਦੀ ਗੱਲ ਆ ਲਈ, ਉੱਥੇ ਕਹਿੰਦੇ ਜਿਹੜੇ ਹੁਣ ਮਹਾਂਪੁਰਸ਼ ਦੌੜ 'ਚ ਨੇ ਇਸ ਵੇਲੇ ਪ੍ਰਧਾਨਗੀ 'ਚ, ਉਹ ਜਦੋਂ ਪਹਿਲੇ ਪ੍ਰਧਾਨ ਨੂੰ ਰੱਖਣ ਦੀ ਸਮਰਥਨ ਦੇਣ ਦੀ ਲੋੜ ਸੀ ਤਾਂ ਬੋਨੀ ਅਮਰਪਾਲ ਸਿੰਘ ਨਾਲਾ ਨੇ ਕਿਹਾ ਕਿ ਦੀਪਕ ਨੂੰ ਪ੍ਰਧਾਨ ਰਹਿਣ ਦਿਓ ਤੇ ਵਾਈਸ ਦੀ ਆਪਾਂ ਪਰਚੀ ਕੱਢ ਲੈਂਦੇ ਹਾਂ। ਉਹ ਵਾਈਸ ਦੀ ਪਰਚੀ ਕਹਿੰਦੇ ਕਿਸੇ ਹੋਰ ਨੰਦ ਲਾਲ ਭਾਊ ਦੀ ਨਿਕਲ ਆਈ ਤੇ ਜਿਹੜੇ ਨਾਲ ਸਨ ਉਹ ਉਸੇ ਵੇਲੇ ਬਾਈਕਾਟ ਕਰਕੇ ਚਲੇ ਗਏ। ਦੌੜ ਪ੍ਰਧਾਨਗੀ ਦੀ ਹੈ, ਨਾ ਕਿ ਸ਼ਹਿਰ ਦੇ ਵਿਕਾਸ ਦੀ ਹੈ। ਨਾ ਸ਼ਹਿਰ ਦੇ ਕੋਈ ਵਿਕਾਸ ਦੀ ਗੱਲ ਨਹੀਂ ਕੀ, ਦੌੜ ਸਿਰਫ ਆਪਣੀ ਨਿੱਜੀ ਪੈ ਗਈ ਆ। ਤੇ ਜਿਸ ਤਰੀਕੇ ਦੇ ਨਾਲ WhatsApp ਰੌਲਾ ਪੈਣ ਡਿਆ ਵਾ ਕਿ ਕੁਝ ਕਾਉਂਸਲਰਾਂ ਦੀ ਖਰੀਦੋ ਫਰੋਖਤ ਵੀ ਹੋਣ ਦੀਆਂ ਗੱਲਾਂ ਚੱਲਦੀਆਂ ਨੇ, ਮੰਨ ਲਓ ਜੇ ਇਹਦੇ 'ਚ ਕੋਈ 1% ਵੀ ਸੱਚਾਈ ਹੋਵੇ ਤੇ ਖਰੀਦੋ ਫਰੋਖਤ ਕਰਕੇ ਵੇਖੋ ਕੋਈ ਵੀ ਬੰਦਾ ਐਡਾ ਤੇ ਲੋਕ ਸੇਵਾ ਕੋਈ ਨਹੀਂ ਗਾ ਵੀ ਆਪਣਾ ਘਰ ਫੂਕ ਕੇ ਤਮਾਸ਼ਾ ਵੇਖੀ ਜਾਊਗਾ, ਆਪਣਾ ਘਰ ਵੇਚ ਦੂਗਾ। ਐਡਾ ਵਿਕਾਸ ਕੋਲੋਂ ਤੇ ਕੋਈ ਐਡਾ ਔਖਾ ਨਹੀਂ ਹੈਗਾ ਵੀ ਘਰ ਵੇਚ ਕੇ ਤੇ ਤਮਾਸ਼ਾ ਵੇਖੇ। ਹਰ ਬੰਦਾ ਸੋਚਦਾ ਕਿ ਜੇ ਬੜਾ ਮਾਨ ਸਤਿਕਾਰ ਵੀ ਹੁੰਦਾ ਤੇ ਮੇਰਾ ਆਰਥਿਕ ਤੌਰ ਤੇ ਵੀ ਨੁਕਸਾਨ ਨਾ ਹੋਵੇ, ਜੇ ਹੁੰਦਾ ਵੀ ਆ ਤੇ ਥੋੜ੍ਹਾ ਬਹੁਤਾ ਜਿੰਨਾ ਕੁ ਬਰਦਾਸ਼ਤ ਕਰਨ ਯੋਗ ਹੋਵੇ। ਤੇ ਜੇ ਇੱਦਾਂ ਦੀ ਦੌੜ ਚੱਲ ਪਈ ਤੇ ਜੇ ਇੱਦਾਂ ਸੁਣਨ ਦੇ ਵਿੱਚ ਆਉਂਦਾ ਕਿ ਕੁਝ ਇੱਕ ਜਿਹੜੇ ਸਾਥੀ ਨੇ ਉਹ ਇਹ ਚਾਹੁੰਦੇ ਆ ਵੀ ਅਸੀਂ ਤੇ ਅੱਗੇ ਠੱਗੇ ਗਏ ਆ, ਸਾਨੂੰ ਤੇ ਪਤਾ ਹੀ ਨਹੀਂ ਲੱਗਾ ਐਤਕੀ ਤੇ ਜਿਹੜਾ ਵਟਾ ਪਾਊਗਾ ਉਹਦੇ ਪੱਖ 'ਚ ਝੁੱਲ ਜਾਵਾਂਗੇ। ਕੋਈ ਇੱਦਾਂ ਦੀਆਂ ਨਹੀਂ ਸੋ ਮੈਂ ਉਹਦੀ ਪ੍ਰੋੜਤਾ ਵੀ ਕਰਾਂਗਾ, ਇਸੇ ਗੱਲ ਦੇ ਨਾਲ ਜੋੜ ਕੇ ਪ੍ਰੋੜਤਾ ਕਰਾਂਗਾ। ਤੁਸੀਂ ਕਿਹਾ ਕਿ ਖਰੀਦੋ ਫਰੋਖਤ ਚੱਲਣ ਡਈ ਆ ਕਿ ਸ਼ਹਿਰ ਦਾ ਵਿਕਾਸ ਕਰਾਉਣਾ, ਇਸ ਕਰਕੇ ਪ੍ਰਧਾਨਗੀ ਜ਼ਰੂਰੀ ਆ। ਤੇ ਜਿੰਨੇ ਖਰੀਦੋ ਫਰੋਖਤ ਕਰਨ ਡਿਆ ਉਹ ਵੈਸੇ ਹੀ ਦਾਨ ਕਰ ਦੇਵੇ। ਉਹ ਸ਼ਹਿਰ ਦੇ ਵਿਕਾਸ ਲਈ ਕਿ ਆਹ ਜਿਹੜੀ ਗਲੀ ਆ ਜਾਂ ਆਹ ਵਿਕਾਸ ਹੋਣ ਵਾਲਾ ਮੈਂ 10-20 ਲੱਖ 30 ਲੱਖ ਖਰਚਦਾ, ਜਿੰਨੇ ਖਰੀਦੋ ਫਰੋਖਤ ਕਰਨੀ ਆ ਜੇ ਨਹੀਂ ਵਿਕਾਸ ਲਈ ਨਹੀਂ ਕਰੇਗਾ, ਉਹ ਨਿੱਜੀ ਹਿੱਤ ਪਾਲਣ ਲਈ ਕਰੇਗਾ। ਮੈਂ ਇੱਕ ਗੱਲ ਹੈਰਾਨ ਆ ਕਿ ਜੇ ਕੋਈ ਖਰੀਦੋ ਫਰੋਖਤ ਕਰਨ ਵਾਸਤੇ ਤਿਆਰ ਆ, ਭਾਵ ਖਰੀਦਣ ਵਾਸਤੇ ਤਿਆਰ ਆ, ਤੇ ਇਹ ਜਿਹੜੇ ਪੈਸੇ ਖਰਚਣੇ ਨੇ ਕਿੱਥੋਂ ਪੂਰੇ ਕਰਨੇ ਨੇ? ਕੀ ਨਾਲੇ ਦੀ ਰਜਿਸਟਰੀ ਕਰ ਦੂ ਕਿਸੇ ਵਪਾਰੀ ਨੂੰ? ਇਹ ਵੀ ਵਿਚਾਰਨ ਵਾਲੀ ਗੱਲ ਹੈ। ਸੋਰਸ ਆਫ ਇਨਕਮ ਕੀ ਹੈ? ਇੱਕ ਆ ਜਾ ਕੇ 10,000 ਰੁਪਇਆ ਤਨਖਾਹ ਲੈ ਲੂ ਨਾ, ਜਾਂ ਬੜਾ ਮੋਟਾ ਟੌਰ ਬਣ ਜੂ, ਤੇ ਟੌਰ ਵੀ ਬਾਹਰ ਵੇਖਣ ਵਾਲੇ ਨੂੰ ਲੱਗਦਾ ਟੌਰ ਹੈ, ਅੰਦਰ ਟੌਰ ਡਰ ਕੋਈ ਨਹੀਂ ਹੁੰਦਾ। ਨਹੀਂ, ਮੈਨੂੰ ਸਗੋਂ ਇੱਕ ਦੋ ਕਾਉਂਸਲਰ ਮਿਲੇ ਨੇ ਕਿਸੇ ਦੁਕਾਨ ਤੇ ਸ਼ਹਿਰ ਬਾਜ਼ਾਰਦਾਰੀ ਲੰਘਦੇ ਜਾਂਦੇ, ਤੇ ਮੈਂ ਪੁੱਛ ਲਿਆ ਕਿ ਕੀ ਚੱਲਦਾ ਪਿਆ, ਕੋਈ ਸਾਨੂੰ ਖਬਰ ਦੇ ਦਿਓ, ਅਸੀਂ ਵੀ ਕਿਤੇ ਪ੍ਰਸਾਰਿਤ ਕਰ ਦਿਆਂਗੇ। ਤਾਂ ਉਹਨੇ ਇਹੀ ਤੁਹਾਡੇ ਵਾਲੀ ਗੱਲ ਦੁਹਰਾਈ ਕਿ ਅੱਗੇ ਅਸੀਂ ਠੱਗੇ ਗਏ ਆ, ਹੁਣ ਜੇ ਸਾਨੂੰ ਕੋਈ ਦੇਵੇਗਾ ਤੇ ਅਸੀਂ ਉਹਦੇ ਹੱਕ 'ਚ ਵੋਟ ਪਾ ਦਾਂਗੇ। ਇਹਦਾ ਮਤਲਬ ਸਾਡੇ ਜੇ ਦੋਵੇਂ ਦੇ ਬਿਆਨ ਰਲੇ ਆ ਤੇ ਤਾਂ ਮਤਲਬ ਕੋਈ ਸੱਚਾਈ ਤੇ ਹੈਗੀ। ਹੁਣ ਇਹ ਤੋਂ ਅਗਲੀ ਗੱਲ ਆ ਜਿਹੜੀ ਆਪਾਂ ਇੱਕ ਵਾਰੀ ਪਿੱਛੇ ਇੰਟਰਵਿਊ ਕੀਤੀ ਸੀ ਪਿਛਲੇ ਸਾਲ ਕਿ ਦੀਪਕ ਅਰੋੜਾ ਨੂੰ ਪ੍ਰਧਾਨ ਬਣਾਉਣ ਦੇ ਵਿੱਚ ਬਾਜ਼ਾਰ 'ਚ ਅਫਵਾਹ ਹੈ, ਅਸੀਂ ਮੋਹਰ ਨਹੀਂ ਲਾਉਂਦੇ, ਕਿ ਲੱਖਾਂ ਰੁਪਈਆਂ ਦਾ ਆਦਾਨ ਪ੍ਰਦਾਨ ਉੱਧਰ ਹੀ ਹੋਇਆ, ਲੈਣ ਦੇਣ ਹੋਇਆ, ਭਾਵੇਂ ਉਹ ਕਾਉਂਸਲਰ ਖਰੀਦਣ ਦੀ ਗੱਲ ਹੋਈ ਹੈ ਜਾਂ ਉਹ ਪ੍ਰਧਾਨ ਬਣਾਉਣ ਦੀ ਗੱਲ ਹੋਈ ਆ। ਅੱਜ ਤੱਕ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਨਾਲਾ ਵੀ ਉਹ ਤੋਂ ਬਾਅਦ 1 ਸਾਲ ਵਿਧਾਇਕ ਰਹੇ ਨੇ ਨਗਰ ਪੰਚਾਇਤ ਇਹਨਾਂ ਦੀ ਚੋਣ ਤੋਂ ਬਾਅਦ, ਤੇ ਜਿਨ੍ਹਾਂ ਦੇ ਉੱਤੇ ਐਲੀਗੇਸ਼ਨ ਲੱਗਦੇ ਸੀ ਉਹ ਵੀ ਸਪਸ਼ਟ ਨਹੀਂ ਕਰ ਪਾਏ, ਸਪਸ਼ਟੀਕਰਨ ਨਹੀਂ ਦੇ ਪਾਏ ਕਿ ਪੈਸਿਆਂ ਦਾ ਲੈਣ ਦੇਣ ਨਹੀਂ ਹੋਇਆ, ਜਿੱਥੋਂ ਕਿ ਇਹ ਗੱਲ ਸਾਬਤ ਹੁੰਦੀ ਸੀ ਕਿ ਜ਼ਰੂਰ ਕੁਝ ਨਾ ਕੁਝ ਵਿੱਚ ਹੋਇਆ। ਜੇ ਹੁਣ ਜੇ ਲੈਣ ਦੇਣ ਹੁੰਦਾ, ਧਾਲੀਵਾਲ ਸਾਹਿਬ MLA ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਜਾਂ ਨਹੀਂ ਪਤਾ, ਤੇ ਨਾ ਤੇ ਉਹਨਾਂ ਦਾ ਵੀ ਉੱਭਰ ਕੇ ਸਾਹਮਣੇ ਆਏਗਾ ਨਾ,
ਹੋ ਸਕਦਾ ਉਹਨਾਂ ਵੀ ਵਿੱਚੋਂ ਕੁਝ ਪੈਸਾ ਲੈ ਲਿਆ ਹੋਵੇ ਤਾਂ ਕਰਕੇ ਫਲਾਣੇ ਨੂੰ ਪ੍ਰਧਾਨ ਬਣਾਤਾ। ਤੇ ਮੈਂ ਕਿਸੇ ਨੂੰ ਪੁੱਛਿਆ, ਮੈਂ ਕਿਹਾ ਨਹੀਂ, ਧਾਲੀਵਾਲ ਸਾਹਿਬ ਜਿਹੜੇ ਆ ਉਹਨਾਂ ਨੇ ਨੀਤੀ ਬਣਾਈ ਆ ਕਿ ਰਿਸ਼ਵਤ ਨਹੀਂ ਲੈਣੀ, ਕੋਈ ਅਜਿਹਾ ਕੰਮ ਨਹੀਂ ਹੋਣ ਦੇਣਾ ਬਾਜ਼ਾਰ 'ਚ। ਉਹ ਕਹਿੰਦੇ ਪੈਸਿਆਂ ਦੀ ਕਿਹਨੂੰ ਨਹੀਂ ਲੋੜ ਹੁੰਦੀ, ਜਦੋਂ ਕਿਸੇ ਟੇਬਲ ਤੇ ਪਏ ਉਹਨਾਂ ਅਗਲਾ ਚੁੱਪ ਕਰਕੇ ਰੱਖ ਲੈਂਦਾ। ਫਿਰ ਇਹ ਗੱਲਾਂ ਤੇ ਬਾਅਦ ਵਿੱਚ ਕਲੀਅਰ ਹੀ ਨਹੀਂ ਹੁੰਦੀਆਂ। ਤੇ ਇਹੀ ਗੱਲਾਂ ਕਈ ਵਾਰੀ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਲੈ ਪੈਂਦੀਆਂ ਨੇ, ਜਿਵੇਂ ਪਿਛਲਿਆਂ ਨਾਲ ਵਾਪਰਿਆ। ਇਹ ਫਿਰ ਜੇ ਇਸ ਤਰ੍ਹਾਂ ਹੁੰਦਾ ਤੇ ਫਿਰ ਕਿਸ ਤਣ ਪਤਨ ਗੱਲ ਲੱਗੇਗੀ, MLA ਸਾਹਿਬ ਦਾ ਸਟੇਟਸ ਕੀ ਰਹਿ ਜਾਏਗਾ? ਦੇਖੋ WhatsApp ਜਿਹੜੀ ਤੇ ਗੱਲ ਆ ਨਾ ਕਿ ਧਾਲੀਵਾਲ ਸਾਹਿਬ ਨੂੰ ਪਤਾ ਜਾਂ ਨਹੀਂ ਪਤਾ, ਜਿਹੜੇ ਵੇਖੋ ਲੀਡਰ ਹੁੰਦੇ ਨੇ ਨਾ ਹਲਕੇ ਦੇ ਲੋਕ ਜਾਂ ਜਿਹੜੇ ਇਹਨਾਂ ਦੇ ਸਪੋਰਟਰ ਹੁੰਦੇ ਨੇ, ਇਹ ਇਹਨਾਂ ਦੀਆਂ ਅੱਖਾਂ ਤੇ ਕੰਨ ਹੁੰਦੇ। ਬਿਲਕੁਲ। ਉਹ ਉਹਨਾਂ ਨੂੰ ਸਹੀ ਰਿਪੋਰਟਿੰਗ ਕਰਦੇ ਆ ਕਿ ਇਸ ਵੇਲੇ ਕੀ ਚੱਲ ਰਿਹਾ। ਮੈਨੂੰ ਤੇ ਇਹ ਵਿਸ਼ਵਾਸ ਹੈ ਕਿ ਉਹਨਾਂ ਨੂੰ ਇਹ ਸਾਰੀ ਜੋ ਕੁਝ ਵੀ ਐਕਸਰਸਾਈਜ਼ ਚੱਲ ਰਹੀ ਹੈ ਇਹਦੇ ਬਾਰੇ 'ਚ ਉਹਨਾਂ ਨੂੰ ਪੂਰੀ ਜਾਣਕਾਰੀ ਹੋਏਗੀ। ਔਰ ਅਜੇ ਤੱਕ ਹੁਣ ਜਿੰਨਾ ਕੁ ਆਪਣਾ ਆ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜਾ ਆਪਣਾ ਪ੍ਰਭਾਵ ਦਿੱਤਾ ਵਾ, ਲੱਗਦਾ ਨਹੀਂ ਆ ਕਿ ਕੋਈ ਉੱਤੇ ਇਹੋ ਜਿਹੀ ਗੱਲ ਦਾ ਕੋਈ ਅਸਰ ਹੋ ਸਕਦਾ ਹੋਵੇ। ਮੈਂ ਕਿਸੇ ਇੱਕ ਵਾਰ ਘਰ ਬੈਠਾ ਹੁੰਦੇ ਤੇ ਇੱਕ ਬੰਦਾ ਘਿਓ ਦਾ ਡੋਲ ਭਰ ਕੇ ਲਾਇਆ। ਅੱਛਾ ਜੀ। ਹੁਣ ਬੜਾ ਜ਼ੋਰ ਦਿੱਤਾ ਵੀ ਅੱਜ ਘਿਓ ਲਿਆਂਦਾ, ਇਹਨੂੰ ਨਹੀਂ ਲਿਆ, ਇਹਨੂੰ ਤਾਂ ਜਾ ਕੇ ਕਿਸੇ ਗੁਰਦੁਆਰੇ ਪਾਦੇ ਭਰਾ, ਮੇਰੇ ਕੋਲ ਘਰ ਡੰਗਰ ਹੈਗੇ ਨੇ, ਮੇਰੇ ਕੋਲ ਦੁੱਧ ਵੀ ਹੈਗਾ, ਘਿਓ ਵੀ ਹੈਗਾ, ਦਹੀਂ ਵੀ ਹੈਗਾ, ਯਾਰ ਮੈਂ ਨਹੀਂ ਇਹ ਚੀਜ਼ ਲੈਣੀ, ਤੁਸੀਂ ਉੱਦਾਂ ਆਇਆ ਕਰੋ, ਪਿਆਰ ਦੇ ਨਾਲ ਮਿਲਦੇ ਹੋ, ਤੁਸੀਂ ਮਿਲੋ ਜਾ ਕੇ। ਹੁਣ ਕਿਸੇ ਦੇ ਅੰਦਰ ਕੀ ਆ, ਕੋਈ ਕਿਸੇ ਦੇ ਅੰਦਰ ਵੜ ਕੇ ਨਹੀਂ ਵੇਖ ਲਿਆ, ਪਰ ਜਿਹੜੀ ਚੀਜ਼ ਸਾਹਮਣੇ ਵਾਪਰੀ ਹੋਵੇ ਉਹਨੂੰ ਵੇਖ ਕੇ ਵੀ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਜਿਹੜੀ ਗੱਲ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਰੌਲਾ ਪੈਂਦਾ ਰਿਹਾ ਵੀ ਦੀਪਕ ਜੀ ਨੂੰ ਕਾਫੀ ਪੈਸੇ ਜਿਹੜੇ ਆ ਖਰਚਣੇ ਪਏ, ਮੈਂ ਨਹੀਂ ਸਮਝਦਾ ਕਿ ਪੈਸੇ ਖਰਚ ਕੇ ਕੋਈ ਕਿਸੇ ਕਾਉਂਸਲਰ ਨੂੰ ਆਪਣੇ ਵੱਲ ਕੀਤਾ ਹੋਊ, ਕਿਉਂਕਿ ਜੇ ਇੱਦਾਂ ਦੀ ਕੋਈ ਗੱਲ ਕੀਤੀ ਹੁੰਦੀ ਤੇ ਵੇਖੋ ਕਹਿੰਦੇ ਹੁੰਦੇ ਨੇ ਮੂੰਹ ਖਾਵੇ ਤੇ ਅੱਖਾਂ ਸ਼ਰਮਾਉਣ। ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤੇ ਉਹ ਸਾਥੀ ਇਹਨਾਂ ਦਾ ਸਾਥ ਛੱਡ ਕੇ ਕਿਸੇ ਦੂਸਰੇ ਪਾਸੇ ਨਾ ਜਾਂਦੇ। ਅਕਸਰ ਅਸੀਂ ਸਮਾਜ ਵਿੱਚ ਵਿਚਰਦੇ ਹਾਂ, ਸਾਨੂੰ ਵੀ ਕਿਸੇ ਨੂੰ ਮੱਥੇ ਲੱਗਣਾ ਪੈਂਦਾ, ਇੱਕ ਦੂਸਰੇ ਨੂੰ ਜਵਾਬ ਦੇਣਾ ਪੈਂਦਾ। ਬਾਕੀ ਵੱਖਰੀ ਗੱਲ ਹੈ ਵੀ ਚੋਣ ਕਰਨ ਵਾਸਤੇ ਪੈਮਾਨਾ ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ ਹੋਰਾਂ ਨੇ ਕੀ ਰੱਖਿਆ ਹੋਏਗਾ ਇਹਦਾ ਤੇ ਉਹਨਾਂ ਨੂੰ ਪਤਾ ਹੋ। ਉਸ ਪੈਮਾਨੇ ਦੇ ਉੱਤੇ ਉਹ ਖਰਾ ਉਤਰਿਆ ਹੋਊਗਾ ਤੇ ਉਹਨੂੰ ਉਹਨਾਂ ਨੇ ਪ੍ਰਧਾਨ ਬਣਾ ਦਿੱਤਾ। ਪਰ ਇਹ ਗੱਲਾਂ ਐਵੇਂ ਹੀ ਹੁਣ ਅਡਾਈ ਜਾਣੀਆਂ ਜੀ ਮੇਰੇ ਪੈਸੇ ਬੜੇ ਲੱਗ ਗਏ ਜੇ ਉਹ, ਮੈਂ ਨਹੀਂ ਸਮਝਦਾ ਵੀ ਇਹਨਾਂ ਗੱਲਾਂ ਦੇ ਵਿੱਚ ਕੋਈ ਸੱਚਾਈ ਹੈਗੀ ਆ। ਨਾਲੇ ਲੀਡਰ ਜੇ ਕਰਦੇ ਵੀ ਹੋਣ ਤੇ ਉਹਨਾਂ ਦੇ ਕੋਈ 100 ਤਰੀਕੇ ਹੁੰਦੇ ਨੇ, ਇਸ ਤਰ੍ਹਾਂ ਦਾ ਤਰੀਕਾ ਹੁੰਦਾ ਨਹੀਂ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਭਵਿੱਖ ਵਿੱਚ ਵੀ ਕੋਈ ਇਹੋ ਜਿਹੀ ਸਰਪ੍ਰਸਤੀ ਮੰਤਰੀ ਸਾਹਿਬ ਵੱਲੋਂ ਇਸ ਹਲਕੇ ਦੇ ਵਿੱਚ, ਇਸ ਸ਼ਹਿਰ ਦੇ ਵਿੱਚ ਕੋਈ ਇੱਦਾਂ ਦੀ ਸਰਪ੍ਰਸਤੀ ਦੇ ਹੇਠ ਕੋਈ ਕੰਮ ਹੋ ਜਾਏ। ਹਾਂ, ਥੱਲੇ ਆਪਣੇ ਲੈਵਲ ਦੇ ਉੱਤੇ ਜੇ ਕੁਛ ਕਰ ਜਾਣ ਤੇ ਗੱਲ ਵੱਖਰੀ ਆ, ਪਰ ਇਹਦੇ 'ਤੇ ਵੀ ਉਹਨਾਂ ਨੂੰ ਬਰੀਕ ਨਜ਼ਰ ਰੱਖਣੀ ਚਾਹੀਦੀ ਹੈ, ਪੈਣੀ ਨਜ਼ਰ ਰੱਖਣੀ ਚਾਹੀਦੀ ਹੈ ਕਿ ਕਿਤੇ ਉਹਨਾਂ ਦੀ ਸਰਪ੍ਰਸਤੀ ਦੇ ਹੇਠ ਇੱਦਾਂ ਦਾ ਵਰਤਾਰਾ ਵਾਪਰ ਨਾ ਜਾਵੇ। ਕਿਉਂਕਿ ਜਿਹੜਾ ਮੁਖੀ ਹੁੰਦਾ ਘਰ ਦਾ, ਉਹਦੇ ਉੱਤੇ ਹਰ ਤਰ੍ਹਾਂ ਦੇ ਦੂਸ਼ਣ ਵੀ ਲੱਗਦੇ। ਜੇ ਉਹਦੀਆਂ ਚੰਗੇ ਕੰਮ 'ਚ ਸਿਫਤਾਂ ਹੋਣੀਆਂ ਨੇ ਤੇ ਮਾੜਾ ਕੰਮ ਭਾਵੇਂ ਘਰ ਦਾ ਕੋਈ ਜੀ ਕਰ ਜੇ, ਉਹਦਾ ਲਾਮਾ ਵੀ ਉਹਨੂੰ ਹੀ ਆਉਣਾ। ਤੇ ਜੇ ਇਸ ਤਰ੍ਹਾਂ ਦੀ ਸਾਰੀ ਕਵਾਇਦ ਚਲਾ ਕੇ ਕੋਈ ਪ੍ਰਧਾਨਗੀ ਦਾ ਦਾਅਵੇਦਾਰ ਪ੍ਰਧਾਨਗੀ ਲੈਣ ਦੇ ਵਿੱਚ ਕਾਮਯਾਬ ਹੋ ਜਾਂਦਾ ਤੇ ਉਹਦੇ ਪਿੱਛੇ ਲੈਣ ਦੇਣ ਚੱਲਦਾ ਤੇ ਇਹ ਸ਼ਹਿਰ ਵਾਸਤੇ ਵੀ ਚੰਗਾ ਨਹੀਂ ਹੋਊਗਾ ਤੇ ਲੀਡਰਸ਼ਿਪ ਵਾਸਤੇ ਵੀ ਚੰਗਾ ਨਹੀਂ ਹੋਊਗਾ। ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਨਾਲ ਪੁਣ ਛਾਣ ਕਰਕੇ ਤੇ ਫਿਰ ਕਰਨਾ ਚਾਹੀਦਾ। ਰਹੀ ਗੱਲ ਵਿਕਾਸ ਦੀ, ਵਿਕਾਸ ਸਰਕਾਰਾਂ ਨੇ ਕਰਾਉਣੇ ਨੇ। ਉਹ ਜੇ ਵਿਧਾਇਕ ਜਿਹੜਾ ਉਹ ਆਪਣੇ ਫਰਜ਼ ਦੇ ਪ੍ਰਤੀ ਸੁਚੇਤ ਹੈ ਤੇ ਹੁਣ ਆਪਣੇ ਆਪ ਕਰਾ ਲੈਣਾ, ਕਿਉਂਕਿ ਉਹਦਾ ਤੇ ਕਮੇਟੀ ਤੋੜਨ 'ਚ ਕੋਈ ਰੋਲ ਨਹੀਂ ਤੇ ਮੇਰੇ ਹਿਸਾਬ ਨਾਲ ਨੂੰ ਬਣਾਉਣ 'ਚ ਵੀ ਕੋਈ ਰੋਲ ਅਦਾ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਨੇ ਤੋੜੀ ਹੈ ਬਣਾਉਣ ਦੀ ਕੋਸ਼ਿਸ਼ ਕਰ ਲੈਣ, ਜੇ ਬਣਾ ਸਕਦੇ ਆ ਤੇ ਬਣਾ ਲੈਣ। ਨਹੀਂ, ਜੇ ਖਰੀਦੋ ਫਰੋਖਤ ਹੁੰਦੀ ਆ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਕਿਉਂਕਿ ਲੋਕਾਂ ਦਾ ਮੂੰਹ ਨਹੀਂ ਫੜ ਲੈਣ ਦਾ ਜਦੋਂ ਗੱਲਾਂ ਕਰਦੇ ਆ। ਪਿੱਛੇ ਵੀ ਬੜਾ ਕੁਝ ਵਾਪਰਿਆ, ਸਾਡੇ ਤੁਹਾਡੇ ਬਾਰੇ ਵੀ ਕਰਦੇ ਨੇ। ਜਦੋਂ ਖਰੀਦੋ ਫਰੋਖਤ ਹੋਏਗੀ, ਮੈਂ ਤੁਹਾਨੂੰ ਕਹਿਤਾ ਕੌਂਸਲਰ ਕਹਿ ਰਹੇ ਨੇ ਕੁਝ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਨਾਲ ਹੋ ਸਕਦਾ ਧੋਖਾ ਆ, ਜਿਹੜੇ ਕਹਿੰਦੇ ਆ ਕਿ ਉਸ ਟਾਈਮ 'ਤੇ ਪੈਸੇ ਚੱਲੇ ਨੇ ਜਾਂ ਚੱਲੇ ਹੋਣਗੇ, ਕਿਉਂਕਿ ਆਪਾਂ ਤਾਂ ਗਵਾਹ ਨਹੀਂ ਇਸ ਗੱਲ ਦੇ। ਅਸੀਂ ਤਾਂ ਅਫਵਾਹਾਂ ਦੀ ਗੱਲ ਕਰਦੇ ਹਾਂ, ਨੁੱਕੜ ਜਿਹੜੀਆਂ ਚਰਚਾਵਾਂ ਹੁੰਦੀਆਂ ਨੇ ਸ਼ਹਿਰ 'ਚ ਉਹਨਾਂ ਦੀ ਗੱਲ ਕਰੀਦੀ ਹੈ। ਜੇ ਖਰੀਦੋ ਫਰੋਖਤ ਜਿਸ ਤਰ੍ਹਾਂ ਹੁਣ ਇੱਕ ਦੂਜੇ ਦੇ ਘਰ ਡਿਨਰ ਚੱਲਣ ਡਿਆ, ਕਿਸੇ ਦੇ ਘਰ ਜੋ ਸ਼ਾਮਾਂ ਨੂੰ ਖਾਣ ਪੀਣ ਦੀ ਪਾਰਟੀ ਹੁੰਦੀ ਉਹ ਚੱਲਦੀ ਪਈ ਆ, ਉਹਦੇ ਛਿੱਟੇ ਤਾਂ ਫਿਰ ਵਿਧਾਇਕ ਦੇ ਦਾਮਨ 'ਤੇ ਪੈਣਗੇ ਹੀ ਨਾ। ਉਹ ਸੱਚ 100 ਵਾਰੀ ਕਹਿ ਦੇਵੇ ਕਿ ਜੀ ਇੱਥੇ ਕੁਝ ਇਸ ਤਰ੍ਹਾਂ ਦਾ ਨਹੀਂ ਹੋਇਆ, ਇੱਥੇ ਇਹਨਾਂ ਦੀ ਸਹਿਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ, ਉਹਨੂੰ ਕਲੀਅਰ ਤਾਂ ਨਹੀਂ ਨਾ ਕੀਤਾ ਜਾ ਸਕਦਾ। ਨਹੀਂ, ਜਿਹੜੀ ਤੇ ਗੱਲ ਵੇਖੋ ਚੱਲ ਪਈ ਆ ਨਾ, ਇਹ ਤੇ 100% ਸੱਚ ਆ ਵੀ ਇਹਦੇ ਛੱਟੇ ਤਾਂ ਪੈਣ। ਬਿਲਕੁਲ। ਇਹ ਹੁਣ ਜਿਹੜੀ ਸਥਿਤੀ ਵਿੱਚ ਚਲੇ ਗਿਆ ਬਚਿਆ ਨਹੀਂ ਜਾ ਸਕਦਾ, ਕਿਉਂਕਿ ਆਪਣੀ ਕਾਬਲੀਅਤ ਦੇ ਆਧਾਰ ਦੇ ਉੱਤੇ ਆਪਣੇ ਸਾਥੀਆਂ ਨੂੰ ਨਾਲ ਗੰਢ ਲੈਣਾ ਕੁਝ ਗੱਲ ਹੋ ਰਿਹਾ ਤੇ ਡਿਨਰ ਡਿਪਲੋਮੇਸੀ ਵਰਤ ਕੇ ਜਾਂ ਪੈਗ ਪਿਆਲਾ ਪਿਆ ਕੇ ਜਾਂ ਕਿਸੇ ਕਿਸਮ ਦਾ ਲਾਲਚ ਦੇ ਕੇ ਨਾਲ ਲਾਉਣ ਦਾ ਮਤਲਬ ਹੈ ਕਿ ਤੁਸੀਂ ਸਮਰੱਥ ਨਹੀਂ ਹੋ ਤੇ ਤੁਸੀਂ ਲਾਲਚ ਦੇ ਆ ਕੇ ਆਪਣੇ ਸਾਥੀਆਂ ਨੂੰ ਆਪਣੇ ਨਾਲ ਲਾਉਣਾ ਚਾਹੁੰਦੇ ਹੋ। ਤੇ ਉੱਥੇ ਮੈਂ ਸਾਥੀ ਲਫ਼ਜ਼ ਵੀ ਨਹੀਂ ਵਰਤ ਸਕਦਾ, ਕਿਉਂਕਿ ਜਿਨ੍ਹਾਂ ਨੂੰ ਸਵਾਰਥ ਨਾਲ ਜੋੜਿਆ ਹੋਵੇ ਸਵਾਰਥੀ ਹੁੰਦੇ ਨੇ, ਸਾਥੀ ਨਹੀਂ ਹੁੰਦੇ। ਤੇ ਜਿਹੜਾ ਬੰਦਾ ਸਵਾਰਥ ਸਿੱਧ ਕਰਨ ਵਾਸਤੇ ਲੈਂਦਾ ਜਾਂ ਦਿੰਦਾ ਉਹ ਬਰਾਬਰ ਦਾ ਦੋਸ਼ੀ ਹੁੰਦਾ।
ਉਹਦੇ 'ਚੋਂ ਘੱਟ ਕੋਈ ਵੀ ਨਹੀਂ ਹੁੰਦਾ। ਇਸ ਕਰਕੇ ਐਸੇ ਵਰਤਾਰੇ ਵਾਲੇ ਲੋਕਾਂ ਦੇ ਕੋਲੋਂ, ਜਿਹੜੇ ਮਨੁੱਖ ਇਸ ਸਾਰੇ ਵਰਤਾਰੇ 'ਚ ਸ਼ਾਮਲ ਹੋ, ਉਹਨਾਂ ਕੋਲੋਂ ਸ਼ਹਿਰ ਦੀ, ਮਨੁੱਖਤਾ ਦੀ ਭਲਾਈ ਦੀ ਕੋਈ ਆਸ ਨਹੀਂ ਕੀਤੀ। ਤੁਸੀਂ ਦੱਸੋ, ਤੁਸੀਂ ਪ੍ਰਧਾਨ ਰਹੇ ਹੋ, ਇੱਕ ਪ੍ਰਧਾਨ ਦੀ ਪਾਵਰ ਕਿੰਨੀ ਕੁ ਹੁੰਦੀ ਆ ਕਿ ਜੇ ਮੌਜੂਦਾ ਐਮਐਲਏ ਚਾਹਵੇ ਕਿ ਮੈਂ ਸ਼ਹਿਰ ਦਾ ਵਿਕਾਸ ਕਰਾਉਣਾ ਹੈ, ਤੇ ਕੀ ਪ੍ਰਧਾਨ ਉਹਨੂੰ ਅੱਖਾਂ ਵਿਖਾ ਸਕਦਾ ਕਿ ਨਹੀਂ ਜੀ ਮੈਂ ਅੜਚਨ ਪੈਦਾ ਕਰਾਂਗਾ? ਵੇਖੋ ਜੀ, ਬਿਲਕੁਲ ਕੋਈ ਨਹੀਂ ਅੱਖਾਂ ਵਿਖਾ ਸਕਦਾ। ਅੱਖਾਂ ਕਾਹਦੀਆਂ ਵਿਖਾ ਲੋਗੇ? ਇੱਥੇ ਬਥੇਰੀਆਂ ਕਾਨੂੰਨੀ ਚੋਰ ਮੋਰੀਆਂ ਨੇ। ਮੈਂ 3 ਸਾਲ ਆਪੋਜੀਸ਼ਨ ਦੀ ਸਰਕਾਰ ਦੇ ਨਾਲ ਕੰਮ ਕੀਤਾ, ਔਰ ਜੇ ਤਾਂ ਵੇਖੋ ਤੁਹਾਡੇ ਮੱਦੇ ਨਜ਼ਰ ਆ ਸ਼ਹਿਰ ਦਾ ਏਜੰਡਾ ਵਿਕਾਸ, ਸਾਡੀ ਤਾਂ ਇਹ ਕੋਸ਼ਿਸ਼ ਰਹੀ ਆ ਵੀ ਸ਼ਹਿਰ ਦਾ ਵਿਕਾਸ ਦੇ ਏਜੰਡੇ ਵਾਸਤੇ ਜਿਹੜੀ ਵੀ ਸਾਨੂੰ ਕੋਈ ਹਦਾਇਤ ਉਸ ਵੇਲੇ ਦੇ ਐਮਐਲਏ ਵੱਲੋਂ ਆਈ ਆ, ਅਸਾਂ ਕਦੇ ਵੀ ਕਿਸੇ ਮਤੇ ਤੋਂ ਨਾ ਨਹੀਂ ਕੀਤੀ, ਕਿਉਂਕਿ ਨਾ ਕਰਨ ਦਾ ਮਤਲਬ ਇਹ ਆ ਕਿ ਸ਼ਰੇਆਮ ਆਪਣੇ ਸ਼ਹਿਰ ਦਾ ਨੁਕਸਾਨ ਕਰਨਾ। ਇਸ ਕਰਕੇ ਉਹਦੇ 'ਚ ਸਾਡੀ ਤਾਂ ਈਗੋ ਕੋਈ ਅੱਗੇ ਹੀ ਨਹੀਂ ਰਹੀ। ਅਸੀਂ ਅੱਜ ਵੀ ਜਿਹੜੇ ਆ ਵਿਕਾਸ ਕਾਰਜ ਥੋੜ੍ਹੇ ਬਹੁਤੇ ਪਿਛਲੇ ਸਾਲ ਦੇ ਵਿੱਚ ਹੋਏ ਨੇ, ਇਹਨਾਂ ਦੇ ਮਤੇ ਐਡਵਾਂਸ ਪਾਸ ਕਰ ਦਿੱਤੇ ਸੀਗੇ, ਤਾਂ ਕਰਕੇ ਕਰ ਦਿੱਤੇ ਸੀ ਕਿ ਪ੍ਰਬੰਧਕ ਦੇ ਲੱਗਣ ਦੇ ਬਾਅਦ ਪਤਾ ਨਹੀਂ ਹੁੰਦਾ PCS ਅਫਸਰ ਆ ਅਗਲਾ ਗੱਲ ਮੰਨੇ ਜਾਂ ਨਾ ਮੰਨੇ, ਪਰ ਲਾਸਟ ਈਅਰ ਦੇ ਵਿੱਚ ਸਰਕਾਰਾਂ ਪੈਸੇ ਦਿੰਦੀਆਂ। ਜੇ ਸਰਕਾਰ ਕੋਈ ਪੈਸਾ ਦਿੰਦੀ ਹੈ ਤੇ ਉਸ ਪੈਸੇ ਦੇ ਜੇ ਅਸੀਂ ਟੈਂਡਰਾਂ ਦੇ ਮਤੇ ਪਾਸ ਕੀਤੇ ਨੇ, ਤੇ ਜਦੋਂ ਮਰਜ਼ੀ ਇਹ ਟੈਂਡਰ ਕਾਲ ਕਰ ਲੈਣਗੇ ਇਹ ਕੰਮ ਚੱਲ ਜਾਏਗਾ, ਕਿਉਂਕਿ ਸਾਡਾ ਤਾਂ ਸਮਾਂ ਨਿਸ਼ਚਿਤ ਸੀਗਾ ਕਿ ਅਸਾਂ ਤਾਂ ਵੇਖੋ ਜੀ 20 ਤੱਕ ਰਹਿਣਾ, ਤੇ 20 ਤੋਂ ਬਾਅਦ ਸਾਡਾ ਤਾਂ ਖਤਮ ਹੈ। ਔਰ ਅਸੀਂ ਆਪਣੇ ਰਹਿੰਦੇ ਸਮੇਂ ਦੇ ਵਿੱਚ ਐਡਵਾਂਸ ਕੰਮ ਪਾਸ ਕਰਕੇ ਨਾਲ ਇੱਕ ਮੱਦ ਪਾ ਦਿੱਤੀ ਕਿ ਪੈਸੇ ਉਪਲਬਧ ਹੋਣ ਦੀ, ਫੰਡ ਉਪਲਬਧ ਹੋਣ ਦੀ ਸੂਰਤ ਵਿੱਚ ਇਹ ਕੰਮ ਕਰਵਾ ਲਏ ਜਾਣਗੇ। ਉਹਨਾਂ ਕੰਮਾਂ ਦੇ ਉੱਤੇ ਹੀ ਕੰਮ ਹੋਏ ਨੇ। ਹੁਣ ਤਾਂ ਕੋਈ ਮੀਟਿੰਗ ਹੋ ਨਹੀਂ ਰਹੀ, ਤੇ ਕੰਮ ਜਿਹੜੇ ਹੋਣੇ ਨੇ ਉਹ ਕਿਸ ਤਰ੍ਹਾਂ ਹੋਣੇ ਨੇ? ਕੰਮ ਹੋਣ ਦਾ ਕੋਈ ਤੌਰ ਤਰੀਕਾ ਹੀ ਨਹੀਂ। ਜੇ ਕੋਈ ਕੰਮ ਚੱਲ ਰਿਹਾ ਹੈਗਾ ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਮੇਟੀ ਚੱਲਦੀ ਹੈ ਚੱਲਦੀ ਰਹਿੰਦੀ। ਐਮਐਲਏ ਸਾਹਿਬ ਦੇ ਨਾਲ ਇਹ ਤਾਲਮੇਲ ਬਣਾ ਕੇ, ਮੰਤਰੀ ਸੀ ਕੈਬਨਿਟ ਮੰਤਰੀ, ਹੁਣ ਉਹਨਾਂ ਕੋਲ ਵਿਕਾਸ ਵਾਸਤੇ ਫੰਡ ਲਿਆ ਕੇ ਦੇਣੇ ਸੀ, ਉਹਦਾ ਫਾਇਦਾ ਲਿਆ ਜਾਂਦਾ, ਉਹਨੂੰ ਯੂਟਿਲਾਈਜ਼ ਕਰਕੇ ਆਪਣੇ ਸ਼ਹਿਰ ਦਾ ਵਿਕਾਸ ਕਰਵਾ ਲਿਆ ਜਾਂਦਾ। ਕਿਉਂਕਿ ਇਹੋ ਜਿਹੇ ਸਮੇਂ ਬਾਰ-ਬਾਰ ਨਹੀਂ ਬਣਦੇ ਕਿ ਹਲਕੇ ਦਾ ਵਿਧਾਇਕ ਮੰਤਰੀ ਬਣ ਜੇ, ਔਰ ਮੰਤਰੀ ਵੀ ਚੰਗੀ ਵਧੀਆ ਪੋਸਟ ਵਾਲਾ ਹੋਵੇ ਕਿ ਜਿਹੜਾ ਕੁਝ ਦੇ ਸਕਦਾ ਹੋਵੇ ਤੁਹਾਨੂੰ। ਨਾਲੇ ਮੰਤਰੀ ਨੂੰ ਮੰਗਣ ਦੀ ਲੋੜ ਨਹੀਂ ਕਿਸੇ ਕੋਲ, ਉਹਨੇ ਆਪ ਕਰਨਾ। ਉਹਦੀ ਮਤਲਬ ਅਹੁਦੇ ਦਾ ਵਰਤੋਂ ਕਰਕੇ ਅਸੀਂ ਆਪਣੇ ਸ਼ਹਿਰ ਦੀ ਬਹੁਤ ਬਿਹਤਰੀ ਕਰ ਸਕਦੇ ਸਾਂ। ਪਰ ਇਹ ਤੇ ਸਰਕਾਰ ਬਣਨ ਦੇ ਬਾਅਦ ਹੀ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਕਰਕੇ ਇਹ ਹਾਲਤ ਹੋਈ ਵੀ ਹੁਣ ਕੋਈ ਵੀ ਕਿਸੇ ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਗਾ। ਸਾਰੇ ਹੁਣ ਇੱਕ ਹੋਰ ਗੱਲ ਜਿਹੜੀ ਆਪ ਵਰਕਰਾਂ 'ਚ ਪਾਈ ਜਾਂਦੀ, ਉਹ ਕਈ ਵਾਰੀ ਸਾਡੇ ਨਾਲ ਨਾ ਗੱਲ ਕਰ ਜਾਂਦੇ ਆ ਵਿਚਾਰੇ, ਜਾਂਦੇ ਜਾਂਦੇ ਆਪਣਾ ਦੁੱਖ ਰੋ ਜਾਂਦੇ ਆ। ਉਹ ਕਹਿੰਦੇ ਆ ਕਿ ਜੇ ਫਿਰ ਨਗਰ ਪੰਚਾਇਤ ਦੀ ਨਾਲ ਦੀ ਸਮੁੱਚੀ ਵਾਗਡੋਰ ਇਹਨਾਂ ਲੋਕਾਂ ਦੇ ਹੱਥ ਰਹੀ ਤੇ ਲਾਜ਼ਮੀ ਆ ਕਿ ਆਪਣੀ ਵਾਰਡ ਦੇ ਵਿੱਚ ਇਹ ਆਪਣੇ ਉਸੇ ਅਸਰ ਸੂਖ ਨਾਲ ਕੰਮ ਕਰਨਗੇ, ਤੇ ਆਪ ਵਰਕਰਾਂ ਨੂੰ ਫਿਰ ਜਿਹੜਾ ਹੀਣ ਭਾਵਨਾ ਦਾ ਅਹਿਸਾਸ ਹੋਏਗਾ ਕਿ ਇਹ ਤੇ ਆਪਣਾ ਹੀ ਵੋਟ ਬੈਂਕ ਇਕੱਠਾ ਕਰਨਗੇ ਨਾ ਜੇ ਵਾਰਡ ਦਾ ਵਿਕਾਸ ਕਰਾਉਂਦੇ ਆ, ਤੇ ਆਪ ਦਾ ਤੇ ਫਿਰ ਆਪ ਦੇ ਜਿਹੜੇ ਵੋਟਰ ਨੇ, ਸਪੋਰਟਰ ਨੇ, ਉਹਨਾਂ 'ਚ ਤੇ ਵਾਧਾ ਨਹੀਂ ਹੋਏਗਾ, ਸਗੋਂ ਨਿਰਾਸ਼ਾ ਦੇ ਆਲਮ ਨੂੰ ਜਾਣਗੇ। ਤੇ ਧਾਲੀਵਾਲ ਸਾਹਿਬ ਇਸ ਬਾਰੇ ਕਿਉਂ ਨਹੀਂ ਸੋਚਦੇ? ਮੈਂ ਤੁਹਾਨੂੰ ਇਹ ਕਿਹਾ, ਮੈਂ ਕਿਹਾ ਸੋਚਦੇ ਹੋਣਗੇ, ਸਾਡੇ ਨੂੰ ਬਹੁਤ ਜ਼ਿਆਦਾ ਅੱਗੇ ਜਾ ਕੇ ਸੋਚਦੇ ਹੋਣਗੇ, ਸੋਰਸ ਵੱਧ ਹੋਣਗੇ, ਪਰ ਹੋ ਸਕਦਾ ਕਿ ਉਹਨਾਂ ਦੀ ਕੋਈ ਮਜਬੂਰੀ ਹੋਵੇ ਤਾਂ ਚੁੱਪ ਹੋਣ। ਨਹੀਂ ਵੇਖੋ, ਬਿਲਕੁਲ ਹਰ ਬੰਦਾ ਸੋਚਦਾ ਕਿ ਆਪਣਾ ਪਾਰਟੀ ਘਟ ਨੂੰ ਮਜ਼ਬੂਤ ਕਰਨ ਵਾਸਤੇ ਕੁਛ ਨਾ ਕੁਛ ਕਰਦਾ, ਪਰ ਇੱਕ ਆ ਜਿਹੜੀ ਚੀਜ਼, ਇੱਕ ਅਣਕਿਆਸਿਆ ਡਰ ਹੁੰਦਾ ਨਾ ਲੋਕਾਂ, ਇੱਕ ਮਨ ਦੇ ਵਿੱਚ ਡਰ ਹੋਣਾ ਅਣਕਿਆਸੇ ਵੀ ਹਾਏ ਜੇ ਆ ਗਿਆ ਤੇ ਸਾਨੂੰ ਖਾ ਜੂਗਾ, ਆ ਗਿਆ ਤੇ ਸਾਨੂੰ ਖਾ ਲੂ। ਤੁਸੀਂ ਪਿਛਲੀ ਸਰਕਾਰ 'ਚ ਤੁਹਾਨੂੰ ਯਾਦ ਹੋਊਗਾ ਕਮਰ ਸੰਧੂ ਆਪ ਦਾ ਐਮਐਲਏ ਸੀ, ਬਿਲਕੁਲ, ਔਰ ਉਸ ਸਮੇਂ ਦੇ ਸਪੀਕਰ ਨੂੰ ਲਿਖ ਕੇ ਮੰਗ ਕੀਤੀ ਸੀ ਵੀ ਅਸੀਂ ਜਿਹੜੇ ਵਿਧਾਇਕ ਹਾਂ, ਜਿਹੜੇ ਵਿਧਾਇਕਾਂ ਦੇ ਬਣਦੇ ਫੰਡ ਵਗੈਰਾ ਹੁੰਦੇ ਨੇ ਜਾਂ ਜੋ ਕੁਝ ਇੱਥੇ ਵਿਕਾਸ ਜਾਂਦਾ, ਸਾਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜਿਹੜੇ ਸਾਡੇ ਹਲਕਿਆਂ ਦੇ ਵਿੱਚ ਹਲਕਾ ਇੰਚਾਰਜ ਲਾਏ ਆ ਉਹਨਾਂ ਦੇ ਰਾਹੀਂ ਕੰਮ ਕਰਾਏ ਜਾਂਦੇ। ਅਸੀਂ ਐਮਐਲਏ ਹਾਂ, ਅਸੀਂ ਵੀ ਲੋਕਾਂ ਨੂੰ ਜਵਾਬਦੇ ਹਾਂ, ਸਾਨੂੰ ਕੁਝ ਦੱਸਿਆ ਨਹੀਂ ਜਾਂਦਾ। ਇਹਦਾ ਮਤਲਬ ਥੱਲੇ ਤੱਕ ਹੁਣ ਵੀ ਇਹੋ ਜਾਇਆ ਜਾਂਦਾ ਵੀ ਜਿਹੜਾ ਕਾਉਂਸਲਰ ਜਾਂ ਕਾਉਂਸਲਰ ਨੂੰ ਦੱਸਿਆ ਨਾ ਜਾਵੇ, ਤੇ ਜਿਹੜਾ ਉੱਥੇ ਪਾਰਟੀ ਦਾ ਬੰਦਾ ਲੱਗੇ ਲੱਗਾ ਤੇ ਉਹ ਆਖੇ ਵੀ ਮੇਰੇ ਨਾਲ ਹੀ ਸਾਰਾ ਕੁਝ ਕਰੋ। ਇਹ ਤੇ ਘੋੜੇ ਦੇ ਗਲ ਲੱਤਾਂ ਨੂੰ ਪੈਂਖੜ ਪਾ ਕੇ ਅੱਗੇ ਲਗਾਉਣ ਵਾਲੀ ਗੱਲ ਹੈ। ਇੱਦਾਂ ਨਹੀਂ ਹੋਣਾ। ਜੇ ਤੁਹਾਡੇ 'ਚ ਸਮਰੱਥਾ ਹੈ, ਤੁਹਾਡੇ 'ਚ ਕਾਬਲੀਅਤ ਹੈ, ਤਾਂ ਲੋਕਾਂ ਦੇ ਕੰਮ ਕਰਕੇ ਵਿਖਾਓ। ਕੰਮ ਨਿਰਾਪੁਰਾ ਇਹ ਨਹੀਂ ਹੁੰਦਾ ਕਿ ਤੁਸੀਂ ਵਿਕਾਸ ਵਿੱਚ ਇੱਥੇ ਜਿਹੜਾ ਵਾਰਡ ਦੇ ਵਿੱਚ ਵਿਕਾਸ ਕਰਨਾ ਤੇ ਉਹਦੇ ਵਾਸਤੇ ਕਾਉਂਸਲਰ ਨੂੰ ਖੁਦ ਸੁੱਟੋਗੇ ਤੇ ਤਾਂ ਹੀ ਵਿਕਾਸ ਕਰਾ ਸਕਦੇ ਹੋ। ਤੁਸੀਂ ਤੁਹਾਡੇ 'ਚ ਕਾਬਲੀਅਤ ਹੋਣੀ ਚਾਹੀਦੀ ਹੈ, ਤੁਹਾਨੂੰ ਗੱਲ ਕਰਨ ਦਾ ਪਤਾ ਹੋਣਾ ਚਾਹੀਦਾ। ਤੁਸੀਂ ਆਪਣੇ ਆਪ ਅੱਗੇ ਆ ਜਾਓ। ਉਹ ਲੋਕ ਕਹਿੰਦੇ ਆ ਕਿ ਸਰੋਪਾ ਪਾ ਕੇ, ਇਹ ਤਾਂ ਇੱਕ ਅਣਕਿਆਸਿਆ ਡਰ ਆ। ਨਹੀਂ, ਡਰ ਨਹੀਂ, ਉਹ ਕਹਿੰਦੇ ਆ ਕਿ ਲੋਕ ਜਿਹੜੇ ਆ ਜੇ ਚਾਹੁੰਦੇ ਆ ਤੇ ਸਰੋਪਾ ਪਾ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਜਾਣ, ਕਿ ਇਹਨਾਂ ਦਾ ਜਿਹੜਾ ਸੰਪਰਕ ਆ ਜਾਂ ਜਿਹੜਾ ਇਹਨਾਂ ਦੇ ਪਿੱਛੇ ਨਾਂ ਲੱਗਦਾ ਕਿ ਇਹ ਅਕਾਲੀ ਆ, ਇਹ ਕਾਂਗਰਸੀ ਆ, ਉਹ ਨਜ਼ਰ ਨਾ ਆਵੇ। ਦੇਖੋ ਜੀ, ਉਹਦੇ 'ਚ ਕੀ ਹੋਣਾ ਵਾ, ਸਰੋਪੇ ਪਾ ਲੈਣ, ਜੋ ਮਰਜ਼ੀ ਕਰ ਲੈਣ। ਜਿਹੜੀ ਤੇ ਆਪਾਂ ਇਹ ਗੱਲ ਕਰ ਲਈਏ ਨਾ ਵੀ ਇਹ ਜਮਾਂਦਰੂ ਹੀ ਜੀ ਆਪ ਦਾ ਹੋਵੇ, ਜਮਾਂਦਰੂ ਆਪ ਦਾ ਹੁਣ 7 ਸਾਲਾਂ ਦਾ ਬੰਦਾ ਜੰਮ ਕੇ ਵੋਟਰ ਬਣ ਕੇ ਤੇ ਲੀਡਰ ਤੇ ਬਣ ਨਹੀਂ ਜਾਣਾ। ਇਹ ਸਾਰੇ ਦੇ ਸਾਰੇ ਲੀਡਰਾਂ ਸਮੇਤ, ਮੁੱਖ ਮੰਤਰੀ ਸਮੇਤ ਸਾਰੇ ਕਿਸੇ ਨਾ ਕਿਸੇ ਦੂਸਰੀ ਪਾਰਟੀ 'ਚੋਂ ਆਏ। ਨਹੀਂ, ਉਹ ਸ਼ਾਮਲ ਹੋ ਕੇ ਉਹਨਾਂ ਪ੍ਰਚਾਰ ਕੀਤਾ, ਸ਼ਾਮਲ ਹੋ ਗਏ। ਜਿਨ੍ਹਾਂ ਨੇ ਸ਼ੱਕ ਕਰਨਾ ਉਹ ਸ਼ਾਮਲ ਹੋਇਆ ਤੇ ਵੀ ਕਰੀ ਜਾਂਦੇ ਨੇ। ਇਹਦੀ ਗੱਲ ਉਹ ਤਾਂ ਜੁੜ ਗਏ ਨਾ ਇੱਕ ਸਾਈਡ ਤੇ। ਨਹੀਂ, ਇੱਥੇ ਇਹੋ ਜਿਹਾ ਵਰਤਾਰਾ ਵੀ ਹੈਗਾ, ਜਿਹੜੇ ਬੰਦੇ ਸ਼ਾਮਲ ਹੋ ਗਏ, ਜਿਨ੍ਹਾਂ ਨੇ ਵਰਕ ਕੀਤਾ, ਉਹਨਾਂ ਨੂੰ ਵੀ ਸ਼ੱਕ ਦੀ ਨਜ਼ਰ ਮਾਰੀ। ਨਹੀਂ, ਉਹ ਤੇ ਚਲੋ ਤੁਸੀਂ ਮੇਰਾ ਖਿਆਲ ਥੋੜਾ ਜਿਹਾ ਭਾਵੁਕ ਹੋ ਗਏ, ਨਿੱਜੀ ਚਲੇ ਗਏ ਹੋ। ਮੈਂ ਇਹ ਤੋਂ ਬਾਹਰ ਜਾ ਕੇ ਸਿਰਫ ਉਹ 'ਤੇ ਡਿਸਕਸ਼ਨ ਰੱਖਣੀ ਚਾਹੁੰਦਾ, ਆਪਣੀ ਵਿਸ਼ਾ ਉਹ ਰੱਖਣਾ ਚਾਹੁੰਦਾ
ਕਿ ਜੇ ਨਗਰ ਪੰਚਾਇਤ ਇਹਨਾਂ ਦਾ ਪ੍ਰਧਾਨ ਕਾਂਗਰਸੀ ਬਣਦਾ ਤੇ ਉਹ ਲਾਜ਼ਮੀ ਹੈ ਕਿ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਬਕਾ ਵਿਧਾਇਕ ਨਾਲ ਵੀ ਸਾਂਝੀ ਕਰੇਗਾ, ਸ਼ੇਅਰ ਕਰੇਗਾ ਕਿ ਆਉਣ ਵਾਲੇ ਸਮੇਂ 'ਚ ਆਪਾਂ ਕਿਵੇਂ ਫਿਰ ਅਪ ਹੋਣਾ। ਜੇ ਅਕਾਲੀ ਦਲ ਦਾ ਹੈ ਤੇ ਉਹ ਮਨ 'ਚੋਂ ਹੂਕ ਤੇ ਨਿਕਲਦੀ ਹੈ ਨਾ ਇੱਕ ਵਾਰੀ, ਜਿਹਦੇ ਨਾਲ ਲੰਮਾ ਸਮਾਂ ਰਹੇ ਹੋਈਏ। ਉਹ ਆਪ ਵਰਕਰਾਂ ਨੂੰ ਇਸ ਗੱਲ ਦਾ ਡਰ ਹੈ ਕਿ ਜੇ ਇਹੋ ਕੁਝ ਹੀ ਚੱਲਦਾ ਰਿਹਾ ਇੱਥੇ, ਮੰਨ ਲਓ ਜੇ ਫਿਰ ਰੱਬ ਨਾ ਕਰੇ ਕੋ ਕੱਲ੍ਹ ਨੂੰ ਭ੍ਰਿਸ਼ਟਾਚਾਰ ਦੀ ਗੱਲ ਨਿਕਲ ਕੇ ਬਾਹਰ ਆ ਜਾਂਦੀ ਆ ਤੇ ਨਾ ਤੇ ਫਿਰ ਆਮ ਆਦਮੀ ਪਾਰਟੀ ਦਾ ਵੱਜਣਾ, ਨਾ ਤੇ MLA ਕੁਲਦੀਪ ਸਿੰਘ ਢਾਲੀਵਾਲ ਦੇ ਵੱਜਣਾ, ਕਿ ਸਮੁੱਚਾ ਪ੍ਰਬੰਧ ਉਹਨਾਂ ਦੇ ਹੇਠ ਹੈ। ਵੇਖੋ ਨਾ ਹੁਣ ਥੋੜੇ ਦਿਨ ਪਹਿਲਾਂ ਹੀ ਅੰਮ੍ਰਿਤਸਰ ਜਿਹੜਾ ਕਾਉਂਸਲਰ ਸ਼ਾਮਲ ਕੀਤਾ ਬੀਬੀ ਇੱਕ, ਉਹਦੇ ਮੁੰਡੇ ਨੇ ਗੋਲੀ ਚਲਾਤੀ। ਹੁਣ ਉਹ ਗੋਲੀ ਚੱਲੀ ਕਿਹੜੇ ਕਾਰਨਾਂ ਕਰਕੇ ਚੱਲੀ, ਕਿਹੜੇ ਕਾਰਨਾਂ ਕਰਕੇ ਨਹੀਂ ਚੱਲੀ, ਉਹਨਾਂ ਦੇ ਨਿੱਜੀ ਕਾਰਨ ਹੋ ਸਕਦੇ ਆ, ਪਰ ਉਹਦਾ ਲਪੇਟਾ ਤੇ ਆਮ ਆਦਮੀ ਪਾਰਟੀ ਨੂੰ ਵੀ ਵੱਜਣਾ। ਬਿਲਕੁਲ ਲੱਗਣਾ ਜੇ ਇਸ ਤਰੀਕੇ ਦੇ ਨਾਲ ਕੋਈ ਗੱਲ ਸ਼ਾਮਲ ਹੁੰਦੀ ਹੈ ਤੇ ਨੈਚੁਰਲ ਗੱਲ ਹੈ ਕਿ ਪਾਰਟੀ ਦੇ ਦਾਮਨ ਦੇ ਉੱਤੇ ਛੱਟੇ ਤਾਂ ਪੈਣਗੇ। ਪਰ ਸ਼ਾਮਲ ਕਰਨ ਤੋਂ ਪਹਿਲਾਂ ਉਹਦੇ 'ਚ ਕਈ ਤੌਰ ਤਰੀਕੇ ਹੋ ਸਕਦੇ ਨੇ, ਕਈ ਉਹਨਾਂ ਤੇ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ, ਕਈ ਉਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਜਾ ਸਕਦੀਆਂ ਨੇ। ਮੇਰਾ ਖਿਆਲ ਹੈ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਹੀ ਅਜੇ ਤੱਕ ਧਾਲੀਵਾਲ ਸਾਹਿਬ ਨੇ ਕਿਸੇ ਕਾਉਂਸਲਰ ਨੂੰ ਇਲੈਕਸ਼ਨ ਤੋਂ ਬਾਅਦ ਜਿੰਨਿਆਂ ਨੇ ਸੰਪਰਕ ਕੀਤਾ ਵਾ, ਜਾਂ ਕਿਸੇ ਪਿੰਡ ਦੇ ਸਰਪੰਚ ਨੇ, ਨੰਬਰਦਾਰ ਨੇ, ਮੋਹਤਬਰ ਬੰਦੇ ਨੇ ਸੰਪਰਕ ਕੀਤਾ ਇਲੈਕਸ਼ਨ ਤੋਂ ਬਾਅਦ, ਅਜੇ ਤੱਕ ਹੁਣ ਪਾਰਟੀ 'ਚ ਸ਼ਾਮਲ ਕਰਨ ਵਾਸਤੇ ਕੋਈ ਵੀ ਪਹਿਲ ਕਦਮੀ ਜਿਹੜੀ ਆਪਣੇ ਵੱਲੋਂ ਨਹੀਂ ਕੀਤੀ। ਮੇਰਾ ਖਿਆਲ ਹੈ ਕਿ ਇਹਦੇ ਪਿੱਛੇ ਸਟ੍ਰੈਟਜੀ ਉਹਦੀ ਇਹੀ ਚੱਲ ਰਹੀ ਆ ਕਿ ਜੇ ਤੇ ਇਹਨਾਂ ਨੇ ਮੇਰੀ ਮਦਦ ਕਰਨੀ ਹੁੰਦੀ ਤੇ ਇਲੈਕਸ਼ਨ ਤੋਂ ਪਹਿਲਾਂ ਬਿਲਕੁਲ ਜਿਹੜੇ ਬੰਦੇ ਇਲੈਕਸ਼ਨ ਤੋਂ ਪਹਿਲਾਂ ਨਹੀਂ ਆਏ, ਇਲੈਕਸ਼ਨ 'ਚ ਮੇਰਾ ਵਿਰੋਧ ਕਰਦੇ ਰਹੇ ਨੇ, ਬਾਅਦ 'ਚ ਵੀ ਵਿਰੋਧ ਕਰਦੇ ਰਹੇ ਨੇ। ਹੁਣ ਜਦੋਂ ਸਰਕਾਰ ਬਣ ਗਈ ਆ, ਮੈਂ ਵਜ਼ੀਰ ਬਣ ਗਿਆ, ਵਜ਼ੀਰ ਬਣਨ ਦੇ ਬਾਅਦ ਨੈਚੁਰਲ ਗੱਲ ਹੈ ਜਿਹੜਾ ਬੰਦਾ ਨਾਲ ਜੁੜਦਾ ਵਾ ਆਪਣੇ ਬੈਨੀਫਿਟ ਲਈ ਜੁੜਦਾ, ਤੇ ਜਿਹੜਾ ਬੰਦਾ ਬੈਨੀਫਿਟ ਲੈਣ ਵਾਸਤੇ ਜੁੜ ਰਿਹਾ ਵਾ ਉਹ ਮੇਰਾ ਵਫਾਦਾਰ ਨਹੀਂ ਹੋ ਸਕਦਾ, ਮੇਰੇ ਵਾਸਤੇ ਕਦੀ ਵੀ ਸਿੰਸੀਅਰ ਨਹੀਂ ਹੋ ਸਕਦਾ। ਇਸ ਗੱਲ ਦੇ ਵਿੱਚ ਉਹਨਾਂ ਦਾ ਆਪਣਾ ਵੀ ਜਿਹੜੀ ਥਿੰਕਿੰਗ ਹੈਗੀ ਆਪਣੀ ਥਾਂ ਤੇ ਠੀਕ ਹੈ, ਜਿਹੜੇ ਵਰਕਰ ਨੇ ਉਹਨਾਂ ਦੀ ਵੀ ਸੋਚਣੀ ਆਪਣੀ ਥਾਂ ਦੇ ਉੱਤੇ ਠੀਕ ਹੈ ਵੀ ਜਾਂ ਤਾਂ ਸ਼ਾਮਲ ਹੋ ਜਾਣ, ਤੇ ਸ਼ਾਮਲ ਕਰਨ ਵਾਸਤੇ ਉਹਨਾਂ ਨੂੰ ਅਗਲਿਆਂ ਨੂੰ ਦਿਸਦਾ ਵੀ ਜਦੋਂ ਇਹਨਾਂ ਦੇ ਵਿਰੋਧ ਦੇ ਬਾਵਜੂਦ ਵੀ ਅਸੀਂ ਜਿੱਤ ਗਏ ਹਾਂ ਤੇ ਉਹਨਾਂ ਨੂੰ ਸ਼ਾਮਲ ਕਰਨ ਦਾ ਸਾਨੂੰ ਫਾਇਦਾ ਵੀ ਕੀ। ਨਹੀਂ ਹੁਣ ਜੇ ਇਹ ਲੋਕ, ਮੈਂ ਨਾਂ ਨਹੀਂ ਕਿਸੇ ਦਾ ਲੈਣਾ, ਜੇ ਇਹ ਆਪਣੀ ਚੌਧਰ ਪਗਾਉਣ ਵਾਸਤੇ ਇੱਕ ਪ੍ਰਧਾਨ ਨੂੰ ਉਹਦੀ ਦੁਰਦਸ਼ਾ ਕਰਕੇ ਉਹਨੂੰ ਬੇਇੱਜ਼ਤ ਕਰਕੇ ਸੀਟ ਤੋਂ ਲਾਹ ਸਕਦੇ ਆ, ਇਹ ਕੱਲ੍ਹ ਨੂੰ ਹੋਰ ਨੂੰ ਵੀ ਅੱਖਾਂ ਵਿਖਾ ਸਕਦੇ ਆ। ਬਿਲਕੁਲ ਇਸੇ ਤਰ੍ਹਾਂ ਹੀ ਚੱਲਣਾ ਹੈ। ਤੇ ਫਿਰ MLA ਸਾਹਿਬ ਕੀ ਹੱਲ ਕੱਢਣੇ ਦਾ? ਹੱਲ ਉਹਨਾਂ ਨੇ ਜਿੰਨਾ ਕੱਢਿਆ ਇਹ ਕੋਈ ਰਹਿਣਾ ਠੀਕ ਹੈ। ਪ੍ਰਸ਼ਾਸਕੀ ਪ੍ਰਬੰਧ ਪ੍ਰਬੰਧਕ ਲੱਗੇ ਲਾ ਕੇ ਸ਼ਹਿਰ ਦਾ ਵਿਕਾਸ ਕਰਾਉਣ, ਪ੍ਰਬੰਧਕ ਲਾਉਣ, ਸ਼ਹਿਰ ਦਾ ਵਿਕਾਸ ਕਰਨ। ਜਿਹੜੇ ਉਹਨਾਂ ਦੇ ਪਾਰਟੀ ਦੇ ਸੰਜੀਦਾ ਵਰਕਰ ਹੈਗੇ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਭੇਜਣ, ਲੋਕਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਜਿਹੜੀਆਂ ਲੋਕਾਂ ਦੀਆਂ ਡਿਮਾਂਡਸ ਨੇ ਉਹਨਾਂ ਦੇ ਅਨੁਕੂਲ ਕੰਮਕਾਰ ਕਰਨ ਤੇ ਆਪਣਾ ਪ੍ਰਭਾਵ ਜਿਹੜਾ ਹੈ ਉਹ ਵਧਾਉਣ। ਨਹੀਂ, ਜਿਹੜਾ ਪਿਛਲੇ ਸਮੇਂ 'ਚ ਚੱਲਦਾ ਰਿਹਾ ਕਿ ਇੱਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ, ਅਜੇ ਵੀ ਧਾਲੀਵਾਲ ਸਾਹਿਬ ਜਾਂ ਤੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਉਹਨਾਂ ਕੋਲ ਹੈ ਕਿ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਅਸੀਂ ਫਾਈਲਾਂ ਵੀ ਖੁੱਲ੍ਹਣਗੀਆਂ, ਸਭ ਕੁਝ ਹੋਏਗਾ, ਪਰ ਅਜੇ ਤਾਂ ਕਹਿੰਦੇ ਕਿ ਉਹ ਕੀ ਕਹਿੰਦੇ ਹੁੰਦੇ, ਜੇ ਪੂਣੀ ਵੀ ਨਹੀਂ ਕੱਤੀ ਆਪਾਂ। ਉਹ ਵੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਰੜਕਦੀ ਹੈ ਕਿ ਨਾਲਾ ਹਲਕਾ ਬਗਾਨਿਆਂ ਜਿਹਾ ਵਾਂਗ ਕਿਉਂ ਮਹਿਸੂਸ ਕਰ ਰਿਹਾ, ਕਿਉਂਕਿ ਜ਼ਿੰਮੇਵਾਰੀ ਮਿਲ ਗਈ ਜ਼ਿਆਦਾ ਵੱਡੀ ਸਾਰਾ ਪੰਜਾਬ ਵੇਖਣ ਵਾਸਤੇ। ਉਹ ਤੇ ਕੱਲ੍ਹ ਮੈਂ ਸੁਣ ਰਿਹਾ ਕਹਿੰਦੇ ਮੈਂ 16 ਘੰਟੇ 18 ਘੰਟੇ 'ਚ ਕੰਮ ਕਰਨ ਡਿਆ, ਇਸ ਕਰਕੇ ਹਲਕੇ ਵੱਲ ਜਾਂ ਨਿੱਜੀ ਕੰਮਾਂ ਵੱਲ ਧਿਆਨ ਘੱਟ ਦਿੱਤਾ ਜਾਣ ਡਿਆ। ਪਰ ਕੋਈ ਗੱਲ ਨਹੀਂ, ਸਮਾਂ ਥੋੜ੍ਹਾ ਜਿਹਾ ਹੋਰ ਦੇ ਦਿੱਤਾ ਜਾਵੇ, ਸਮੇਂ ਤੋਂ ਬਾਅਦ ਅਕਸਰ ਤੇ ਹਲਕਾ ਹੋਊਗਾ ਤੇ ਵਜ਼ੀਰੀ ਫੇਰ ਹੀ ਆ। ਨਹੀਂ ਚਲੋ ਐਕਟਿਵ ਤੇ ਉਹ ਨਜ਼ਰ ਆ ਰਹੇ ਨੇ ਕਿ ਪੂਰੇ ਪੰਜਾਬ ਵਿੱਚ ਹੈਗੇ ਨੇ। ਸੋ ਨਗਰ ਪੰਚਾਇਤ ਦਾ ਸਮੁੱਚਾ ਪ੍ਰਬੰਧ ਹੈ, ਹੁਣ ਆਉਣ ਵਾਲੀ ਊਠ ਕੇ ਦੇ ਕਿਸ ਕਰਵਟ ਬੈਠਦਾ ਇਹ ਸਮਾਂ ਦੱਸੇਗਾ। ਪਰ ਜੇ ਸ਼ਹਿਰ ਦੇ ਵਿਕਾਸ ਨੂੰ ਲੈ ਗੱਲ ਕਰੀਏ ਤਾਂ ਵਿਕਾਸ ਦੀ ਤਸਵੀਰ ਕੋਈ ਇਸ ਤਰ੍ਹਾਂ ਸਾਫ਼ ਨਜ਼ਰ ਨਹੀਂ ਆਉਂਦੀ ਕਿ ਇਹ ਜਿਹੜੇ ਲੋਕ ਪਹਿਲਾਂ ਅੱਗੇ ਲਾ ਕੇ ਕੰਮ ਕਰਦੇ ਨੇ ਇਹੀ ਵਿਕਾਸ ਕਰਵਾ ਸਕਦੇ ਨੇ। ਸੋ ਨਵੀਂ ਸਰਕਾਰ ਦੀ ਕੀ ਨਵੀਂ ਪਾਲਿਸੀ ਹੁੰਦੀ ਹੈ ਇਹ ਤਾਂ ਉਹ ਖੁਦ ਜਾਣਦੇ ਨੇ, ਪਰ ਸਾਡੀਆਂ ਸਾਰਿਆਂ ਦੇ ਨਾਲ ਹੀ ਸ਼ੁਭਕਾਮਨਾਵਾਂ ਨੇ ਕਿ ਜੋ ਵੀ ਆਪਣੀ ਦੌੜ ਦੇ ਵਿੱਚ ਸ਼ਾਮਲ ਹੈ ਉਹ ਆਪਣੀ ਜਿਹੜੀ ਆ ਆਪਣੀ ਕਾਮਯਾਬੀ ਪ੍ਰਾਪਤ ਕਰੇ। ਸੋ ਤੁਸੀਂ ਗਰਾਊਂਡ ਪੰਜਾਬ TV ਨਾਲ ਜੁੜੇ ਰਹਿਣਾ, ਕੋਸ਼ਿਸ਼ ਕਰਾਂਗੇ ਕਿ ਜੇ ਹੋਰ ਸਾਰਥਕ ਵਿਚਾਰ ਚਰਚਾ ਲੈ ਕੇ ਜਲਦ ਤੁਹਾਡੇ ਰੂਬਰੂ ਹੋਈਏ। ਬਹੁਤ ਬਹੁਤ ਧੰਨਵਾਦ।